Good morning students, this is Geeta Agarwal, English Mistress। ਬੱਚਿਓ ਤੁਹਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਦੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਭ ਨੂੰ ਮਿਲ ਚੁੱਕੀਆਂ ਨੇ 3 ਬੁੱਕਸ ਤੁਹਾਨੂੰ ਮਿਲੀਆਂ ਨੇ। ਇੱਕ ਹੈ ਮੇਨ ਕੋਰਸ ਬੁੱਕ, ਇੱਕ ਹੈ ਸਪਲੀਮੈਂਟਰੀ ਬੁੱਕ ਜਿਸ ਦੇ ਉੱਪਰ ਇੰਗਲਿਸ਼ ਲਿਟਰੇਚਰ ਬੁੱਕ ਲਿਖਿਆ ਹੋਇਆ ਹੈ ਤੇ ਤੀਜੀ ਹੈ ਗ੍ਰਾਮਰ ਐਂਡ ਕੰਪੋਜੀਸ਼ਨ। ਬੱਚਿਓ ਜਿਹੜੀ ਤੁਹਾਡੀ ਦੂਜੀ ਬੁੱਕ ਹੈ ਲਿਟਰੇਚਰ ਬੁੱਕ ਹੈ ਜਿਹੜੀ ਉਸ ਬੁੱਕ ਦਾ ਅੱਜ ਆਪਾਂ 4th ਲੈਸਨ ਜਿਹੜਾ ਕਿ ਹੈਗਾ ਡਾਇੰਗ ਡਿਟੈਕਟਿਵ ਇਹ ਆਪਾਂ ਪੜ੍ਹਨ ਜਾ ਰਹੇ ਹਾਂ। ਬੱਚਿਓ ਪਹਿਲਾਂ ਸੈਕਿੰਡ ਟਰਮ ਦੇ ਵਿੱਚ ਆਪਾਂ ਮੇਨ ਕੋਰਸ ਬੁੱਕ ਦਾ ਇੱਕ ਲੈਸਨ ਕੰਪਲੀਟ ਕਰ ਚੁੱਕੇ ਹਾਂ। ਜੇ ਤੁਸੀਂ ਹਜੇ ਤੱਕ ਉਸ ਦੀਆਂ ਵੀਡੀਓਜ਼ ਨਹੀਂ ਦੇਖੀਆਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ। ਤੇ ਆਓ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਲੈਸਨ ਸ਼ੁਰੂ ਕਰੀਏ। ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਗਾਉਣੀ ਹੈ ਕਿਹੜੇ ਕਿਹੜੇ ਬੱਚੇ ਨੇ ਇਹ ਲੈਸਨ ਸੁਣਿਆ। ਆਪਣਾ ਨਾਮ, ਕਲਾਸ, ਰੋਲ ਨੰਬਰ, ਸੈਕਸ਼ਨ ਤੇ ਸਕੂਲ ਦਾ ਨਾਮ ਤੁਸੀਂ ਉਹਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ। ਤੇ ਵੀਡੀਓ ਚੰਗੀ ਲੱਗੇ ਤਾਂ ਆਪਣਾ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ। ਤੇ ਹੁਣ ਤੁਸੀਂ ਆਪਣੀ ਬੁੱਕ ਲਿਟਰੇਚਰ ਬੁੱਕ ਦਾ ਪੇਜ ਨੰਬਰ 15 ਪੇਜ ਨੰਬਰ 15 ਤੁਸੀਂ ਓਪਨ ਕਰਨਾ ਹੈ। पेज नंबर 15 तुसी ओपन कर लो सारे बच्चे जल्दी नाल। पेज नंबर 15 के ऊपर 4th लेसन है द डाइंग डिटेक्टिव रिटन बाय आर्थर कैनन डॉयल। ये लेसन है, आओ शुरू करिए। द डिटेक्टिव शेरलॉक होम्स वॉज सीरियसली इल। ਬੱਚਿਓ ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਲੈਸਨ ਦੇ ਨਾਮ ਤੋਂ ਪਤਾ ਲੱਗ ਗਿਆ ਹੋਊਗਾ ਡਾਇੰਗ ਦਾ ਮਤਲਬ ਹੁੰਦਾ ਹੈ ਮਰ ਰਿਹਾ ਅਤੇ ਡਿਟੈਕਟਿਵ ਦਾ ਮਤਲਬ ਹੁੰਦਾ ਹੈ ਜਾਸੂਸ। ਤਾਂ ਪੂਰਾ ਮਤਲਬ ਬਣਿਆ ਇਹਦਾ ਮਰ ਰਿਹਾ ਜਾਸੂਸ। ਤਾਂ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਜਾਸੂਸ ਸ਼ੈਰਲੌਕ ਹੋਮਸ ਜਿਸ ਦਾ ਨਾਮ ਹੈ ਉਹ ਬਹੁਤ ਬੁਰੀ ਤਰ੍ਹਾਂ ਬਿਮਾਰ ਹੈ। ਸੋ ਹੀ ਆਸਕਡ ਹਿਜ਼ ਲੈਂਡਲੇਡੀ ਮਤਲਬ ਮਕਾਨ ਮਾਲਕਿਨ टू गैट हिज असिस्टेंट वैटसन। तो वह अपनी मकान मालकिन नूं कहंदा भी मेरा असिस्टेंट वैटसन है उसनूं बुला दो। वैटसन अकंपनीड द लैंडलेडी टू हिज हाउस। तो वैटसन लैंडलेडी दे नाल ही आ जाता है उसके घरे। वॉज ही एबल टू सेव हिज मास्टर का मतलब इत्थे की है मालिक कि वह अपने मालिक नूं मतलब अपने मास्टर नूं बचाने च काबिल रहिंदा बचा पांदा है। रीड ऑन टू फाइंड आउट। चलो कहानी पढ़ के आपां देखते हैं। मिसिज हडसन द लैंडलेडी ऑफ शेरलॉक होम्स केम टू मी एंड सैड मिस्टर होम्स इज़ डाइंग। बच्चों ये जो पूरी कहानी है ये आपां नूं वैटसन सुना रहा है। हु इज़ वैटसन? वैटसन जो है वह शेरलॉक होम्स का की कहांगे कंपैनियन है, उहदे नाल ही रहिंदा होया उसका कंपैनियन है। जिवें आपां देखदे हां ना फिल्मां दे विच बादशाह फिल्म देखी हो तुसीं बादशाह जिहदे विच शाहरुख खान एक जासूस बनिया हुंदा है ते उहदे नाल एक उसदे नाल जूनीयर उसका एक मैनूं उहदा नाम नहीं पता एक्टर का तो वह उसदे नाल हुंदा हमेशा। तो इसी तरह ही शेरलॉक होम्स का जिहड़ा जूनीयर है वह है मिस्टर वैटसन। ठीक है, तो मेन करैक्टर जो है वो कौन है? शेरलॉक होम्स जिवें उसदे विच शाहरुख खान सी। तो इस दे विच सारी कहानी आपां नूं कौन सुना रहा है? मिस्टर वैटसन सुना रहा है। ठीक है, तो इत्थे की कह रहे हैं कि मिस्टर हडसन मिसिज हडसन जो कि शेरलॉक होम्स की मकान मालकन है वो मेरे को आई मतलब किहदे कोल आई? वैटसन को आई। ਅਤੇ ਉਹਨਾਂ ਨੇ ਮੈਨੂੰ ਕਿਹਾ कि मिस्टर होम्स ने ਜਿਹੜੇ ਉਹ मर रहे ने। मिस्टर वैटसन उन्होंने मैनू कहा for 3 days he has been sinking। 3 दिन हो गए उन्होंने तबीयत बहुत गिर रही है and I doubt if he will last another day। तो मैनू तो शक है कि वह एक दिन भी होर कट्टणगे जां नहीं। मतलब कि
ਇਹ ਲੈਂਡਲੇਡੀ ਨੇ ਕਿਹਾ ਵੀ ਉਹ ਬਹੁਤ ਬਿਮਾਰ ਨੇ। ਕਿਹਨੂੰ ਕਿਹਾ? ਮਿਸਟਰ ਵੈਟਸਨ ਨੂੰ ਕਿਹਾ। ਹੀ ਵੁੱਡ ਨੋਟ ਲੈਟ ਮੀ ਗੈਟ ਅ ਡਾਕਟਰ, ਤੇ ਉਹ ਮੈਨੂੰ ਇੱਕ ਡਾਕਟਰ ਵੀ ਨਹੀਂ ਲੈ ਕੇ ਆਉਣ ਦੇ ਰਹੇ। ਕੌਣ ਨਹੀਂ ਲੈ ਕੇ ਆਉਣ ਦੇ ਰਹੇ? ਮਿਸਟਰ ਹੋਮਸ। ਇਹ ਕੌਣ ਕਹਿ ਰਿਹਾ ਹੈ? ਲੈਂਡਲੇਡੀ ਕਹਿ ਰਹੀ ਹੈ ਕਿ ਮਿਸਟਰ ਹੋਮਸ ਮੈਨੂੰ ਡਾਕਟਰ ਵੀ ਨਹੀਂ ਬੁਲਾਉਣ ਦੇ ਰਹੇ। ਆਈ ਟੋਲਡ ਹਿਮ ਆਈ ਕੁਡ ਨੋਟ ਸਟੈਂਡ ਇਟ ਐਨੀ ਮੋਰ। ਮੈਂ ਉਹਨਾਂ ਨੂੰ ਕਿਹਾ ਕਿ ਹੁਣ ਮੈਂ ਤੁਹਾਡੀ ਇਹ ਹਾਲਤ ਨਹੀਂ ਦੇਖ ਸਕਦੀ ਐਂਡ ਵੁੱਡ ਗੈਟ ਏ ਡਾਕਟਰ, ਤੇ ਮੈਂ ਹੁਣ ਇੱਕ ਡਾਕਟਰ ਬੁਲਾਉਂਗੀ। ਹੀ ਰਿਪਲਾਈਡ, ਉਹਨਾਂ ਨੇ ਮੈਨੂੰ ਕਿਹਾ ਲੈਟ ਇਟ ਬੀ ਵੈਟਸਨ ਦੈਨ, ਤਾਂ ਫਿਰ ਤੁਸੀਂ ਵੈਟਸਨ ਨੂੰ ਬੁਲਾ ਦਿਓ। ਤਾਂ ਇੱਥੋਂ ਆਪਾਂ ਨੂੰ ਇਹ ਸਾਫ਼ ਕਲੀਅਰ ਹੁੰਦਾ ਹੈ ਕਿ ਜਿਹੜਾ ਮਿਸਟਰ ਵੈਟਸਨ ਹੈ ਹੀ ਇਜ਼ ਅ ਡਾਕਟਰ, ਕਿ ਉਹ ਇੱਕ ਡਾਕਟਰ ਹੈ। ਠੀਕ ਹੈ। ਆਈ ਵॉज ਹੋਰੀਫਾਈਡ ਫॉर आई हैड नॉट हार्ड अबाउट हिज इलनेस बिफोर। ਤਾਂ ਮਿਸਟਰ ਵੈਟਸਨ ਸੀ ਜੋ ਉਹ ਘਬਰਾ ਗਿਆ। ਉਸਨੇ ਕਿਹਾ ਕਿ ਮੈਂ ਤਾਂ ਬਹੁਤ ਘਬਰਾ ਗਿਆ ਕਿਉਂਕਿ ਮੈਂ ਤਾਂ ਹਜੇ ਤੱਕ ਉਹਦੀ ਬਿਮਾਰੀ ਬਾਰੇ ਮੈंने ਸੁਣਿਆ ਵੀ ਨਹੀਂ ਸੀ। ਆਈ ਰਸ਼ਡ ਫॉर ਮਾਈ हैट एंड कोट, ਮੈਂ ਜਲਦੀ ਨਾਲ ਭੱਜ ਕੇ ਆਪਣਾ हैट ਲਿਆ, ਕੋਟ ਲਿਆ। ਐਜ਼ ਵੀ ਡਰॉप बैक, ਅਸੀਂ ਫਿਰ ਤੋਂ ਗੱਡੀ 'ਚ ਵਾਪਿਸ ਗਏ। ਆਈ ਆਸਕਡ ਹਰ ਅਬਾਊਟ ਦ ਡਿਟੇਲਸ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਹੋਰ ਦੱਸੋ, ਹੋਰ ਕੀ ਕੀ ਉਹਨਾਂ ਨੂੰ ਪ੍ਰੋਬਲਮਸ ਲੱਗ ਰਹੀਆਂ ਨੇ ਤੁਹਾਨੂੰ। देयर इज़ लिटल आई थिंक आई कैन टेल यू सर, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਮੈਂ ਕੀ ਦੱਸਾਂ ਤੁਹਾਨੂੰ। ਹੀ ਹੈਜ਼ ਬੀਨ ਵਰਕਿੰਗ ਔਨ ਅ ਕੇਸ ਡਾਊਨ ਐਟ ਰੋਦਰਹਿਦ ਨੀਅਰ ਦ ਰਿਵਰ ਐਂਡ ਹੈਜ਼ ਬ੍ਰੌਟ ਦਿਸ ਇਲਨੈਸ ਬੈਕ ਵਿਦ ਹਿਮ। ਮੈਨੂੰ ਤਾਂ ਇੰਨਾ ਪਤਾ ਹੈ ਕਿ ਉਹ ਕਿਸੇ ਕੇਸ 'ਤੇ ਕੰਮ ਕਰ ਰਹੇ ਸੀ ਰੋਦਰਹਿਦ ਦੇ ਵਿੱਚ, ਅਤੇ ਉੱਥੋਂ ਹੀ ਉਹਨਾਂ ਨੂੰ ਇਹ ਰਿਵਰ ਦੇ ਨੇੜੇ ਸੀ ਉਹ, ਅਤੇ ਉੱਥੋਂ ਹੀ ਇਹਨਾਂ ਨੂੰ ਉਹ ਬਿਮਾਰੀ ਲੱਗੀ ਹੈ। ਹੀ ਟੁੱਕ ਟੂ ਬੈਡ ਔਨ ਵੈਨਸਡੇ, ਉਹ ਵੈਨਸਡੇ ਤੋਂ ਉਹਨਾਂ ਨੇ ਬੈੱਡ ਫੜਿਆ ਹੋਇਆ, ਮਤਲਬ ਬੈੱਡ ਦੇ ਉੱਪਰ ਲੇਟੇ ਹੋਏ ਨੇ ਵੈਨਸਡੇ ਆਫਟਰਨੂਨ, ਐਂਡ ਹੀ ਨੈਵਰ ਮੂਵਡ ਸਿੰਸ, ਅਤੇ ਉਦੋਂ ਤੋਂ ਉਹ ਬੈੱਡ ਤੋਂ ਹਿੱਲੇ ਵੀ ਨਹੀਂ। ਫॉर 3 days ਨੀਦਰ ਫੂਡ ਨੋਰ ਡਰਿੰਕ ਹੈਜ਼ ਪਾਸਡ ਹਿਜ਼ ਲਿਪਸ, ਤਾਂ 3 ਦਿਨ ਹੋ ਗਏ ਨਾ ਕੋਈ ਖਾਣਾ ਨਾ ਪੀਣਾ ਉਹਨਾਂ ਦੇ ਮੂੰਹ ਤੋਂ ਅੰਦਰ ਨਹੀਂ ਗਿਆ। 3 ਦਿਨ ਤੋਂ ਕੁਛ ਨਹੀਂ ਖਾਇਆ ਪੀਆ। ਵਾਈ ਡਿਡ ਯੂ ਨੋਟ ਕਾਲ ਏ ਡਾਕਟਰ, ਆਈ ਆਸਕਡ, ਮੈਂ ਕਿਹਾ ਵੀ ਫਿਰ ਤੁਸੀਂ ਡਾਕਟਰ ਬੁਲਾਉਣਾ ਸੀ। ਹੀ ਵੁਡਨਟ ਹੈਵ ਇਟ ਸਰ, ਸਰ ਉਹ ਬੁਲਾਉਣ ਹੀ ਨਹੀਂ ਦੇ ਰਹੇ। ਆਈ ਡਿਡਨਟ ਡੇਅਰ ਟੂ ਡਿਸਓਬੇ ਹਿਮ, ਅਤੇ ਮੈਂ ਉਹਨਾਂ ਦੀ ਕਹੀ ਗੱਲ ਤੋਂ ਮਤਲਬ ਉਹਨਾਂ ਨੂੰ ਆਗਿਆ ਦਾ ਪਾਲਨ ਮਤਲਬ ਉਹਨਾਂ ਦੀ ਆਗਿਆ ਦੀ ਅਵੱਗਿਆ ਨਹੀਂ ਕਰ ਸਕਦੀ। ਠੀਕ ਹੈ। ਹੀ ਵॉज ਇੰਡੀਡ ਅ ਸੈਡ ਸਾਈਟ, ਤਾਂ ਉਹਨਾਂ ਨੇ ਕਿਹਾ ਮੈਨੂੰ ਤਾਂ ਬਹੁਤ ਤਰਸ ਆ ਰਿਹਾ ਵਿਚਾਰਿਆਂ 'ਤੇ। ਇਨ ਦ ਡਿਮ ਲਾਈਟ ਆਫ ਏ ਫੋਗੀ ਨਵੰਬਰ ਡੇ ਦ ਸਿਕ ਰੂਮ ਵॉज ਗਲਿਮੀ ਸਪੋਟ, ਤਾਂ ਮੈਂ ਉੱਥੇ ਜਦੋਂ ਪਹੁੰਚਿਆ ਮੈਂ ਦੇਖਿਆ ਬਹੁਤ ਤਰਸ ਵਾਲੀ ਗੱਲ ਸੀ, ਅਤੇ ਉਹ ਬੜੇ ਡਿਮ ਲਾਈਟ ਸੀ ਕਮਰੇ ਦੇ ਵਿੱਚ, ਛੋਟੀ ਲਾਈਟ ਜਿਵੇਂ ਚੱਲ ਰਹੀ ਹੁੰਦੀ ਹੈ, ਬੜੀ ਘੱਟ ਰੋਸ਼ਨੀ ਸੀ ਕਮਰੇ ਦੇ ਵਿੱਚ, ਅਤੇ ਨਵੰਬਰ ਦੇ ਵਿੱਚ ਫੋਗੀ ਡੇ ਸੀਗਾ, ਬਾਹਰ ਧੁੰਦ ਸੀ, ਅਤੇ ਅੰਦਰ ਬੜਾ ਸੁੰਨਸਾਨ ਛਾਈ ਹੋਈ ਸੀ ਕਮਰੇ ਦੇ ਵਿੱਚ, ਬੜਾ ਦੁਖੀ ਜਿਹਾ ਮਾਹੌਲ ਬਣਿਆ ਹੋਇਆ ਸੀ। ਬਟ ਇਟ ਵਾਜ਼ ਦ ਗੌਂਟ ਫੇਸ ਸਟੇਰਿੰਗ ਫਰੋਮ ਦ ਬੈੱਡ, ਅਤੇ ਬੈੱਡ 'ਤੇ ਉਹ ਜਿਹੜਾ ਡਰਾਵਨਾ ਜਿਹਾ ਚਿਹਰਾ ਮੇਰੇ ਵੱਲ ਦੇਖ ਰਿਹਾ ਸੀ, ਦੈਟ ਬ੍ਰੌਟ ਚਿਲ ਟੂ ਮਾਈ ਹਾਰਟ, ਅਤੇ ਜਿਸ ਨੂੰ ਦੇਖ ਕੇ ਮੇਰੇ ਮਨ ਨੂੰ ਸ਼ਾਂਤੀ ਆਈ। ਇੱਥੇ ਡਰਾਵਨਾ ਚਿਹਰਾ ਕਿਹਦਾ ਕਿਹਾ ਗਿਆ ਹੈ? ਮਿਸਟਰ ਹੋਮਸ ਦਾ, ਕਿਉਂਕਿ ਮਿਸਟਰ ਹੋਮਸ ਬਹੁਤ ਦਿਨਾਂ ਤੋਂ ਕੁਝ ਖਾ ਪੀ ਨਹੀਂ ਰਹੇ ਸੀ, ਤਾਂ ਉਹਨਾਂ ਦਾ ਚਿਹਰਾ ਬਿਲਕੁਲ ਡਰਾਵਨਾ ਹੋ ਗਿਆ ਸੀਗਾ। ਅਤੇ ਪਰ ਉਹਨਾਂ ਨੂੰ ਦੇਖ ਕੇ ਮੈਨੂੰ ਸ਼ਾਂਤੀ ਆਈ, ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਜੀਂਦੇ ਹੋਣ, ਹੈ ਨਾ। ਹਿਜ਼ ਆਈਜ਼ ਹੈਡ ਦ ਬਰਾਈਟਨੈਸ ਆਫ ਫੀਵਰ, ਉਹਨਾਂ ਦੀਆਂ ਅੱਖਾਂ 'ਚ ਬੁਖਾਰ ਉਤਰਿਆ ਹੋਇਆ ਸੀ। ਹਿਜ਼ ਚੀਕਸ ਵਰ ਫਲਸ਼ਡ, ਉਹਨਾਂ ਦੀਆਂ ਗੱਲਾਂ ਉਤਰੀਆਂ ਹੋਈਆਂ ਸੀ, ਮੁਰਝਾ ਚੁੱਕੀਆਂ ਸੀ। ਹਿਜ਼ ਹੈਂਡ ਟਵਿਚਡ ਆਲ ਦ ਟਾਈਮ, ਉਹਨਾਂ ਦੇ ਹੱਥ ਹਰ ਵਕਤ ਕੰਬ ਰਹੇ ਸੀ। ਹੀ ਲੇ ਲਿਸਟਲੈਸ, ਅਤੇ ਉਹ ਬੇਜਾਨ ਜੇ ਹੋ ਕੇ ਬੈੱਡ 'ਤੇ ਪਏ ਸੀ। ਮਾਈ ਡੀਅਰ ਫੈਲੋ ਆਈ ਕ੍ਰਾਈਡ ਅਪਰੋਚਿੰਗ ਹਿਮ, ਮੈਂ ਇਹ ਕਹਿ ਕੇ, ਉਹ ਮੇਰੇ ਦੋਸਤ ਕਹਿ ਕੇ ਉਹਨਾਂ ਦੇ ਨੇੜੇ ਜਾਣ ਲੱਗਿਆ। ਸਟੈਂਡ ਬੈਕ, ਸਟੈਂਡ ਰਾਈਟ ਬੈਕ, ਹੀ ਕ੍ਰਾਈਡ, ਤਾਂ ਉਹਨਾਂ ਨੇ ਉੱਚੀ ਆਵਾਜ਼ 'ਚ ਕਿਹਾ ਉੱਥੇ ਰੁਕ ਜਾ, ਉੱਥੇ ਰੁਕ ਜਾ, ਨੇੜੇ ਨਾ ਆਈ। ਬਟ ਵਾਈ, ਆਈ ਵॉन्ट ਟੂ ਹੈਲਪ ਯੂ, ਪਰ ਮੈਂ ਕਿਹਾ ਵੀ ਕਿਉਂ, ਮੈਂ ਤਾਂ ਤੇਰੀ ਮਦਦ ਕਰਨਾ ਚਾਹੁੰਦਾ। ਸਰਟਨਲੀ ਵੈਟਸਨ, ਬਟ ਇਟ ਇਜ਼ ਫॉर ਯੂਅਰ ਓਨ ਸੇਕ, ਪਰ ਮੈਂ ਤੇਰੇ ਕਰਕੇ ਹੀ ਕਹਿ ਰਿਹਾ। ਫॉर ਮਾਈ ਸੇਕ, ਮੇਰੇ ਲਈ। ਆਈ ਵॉज ਸਰਪ੍ਰਾਈਜ਼ਡ, ਮੈਂ ਬੜਾ ਹੈਰਾਨ ਹੋਇਆ। ਆਈ ਨੋ ਵਟ ਇਜ਼ ਦ ਮੈਟਰ ਵਿਦ ਮੀ, ਤਾਂ ਮਿਸਟਰ ਹੋਮਸ ਨੇ ਕਿਹਾ ਕਿ ਮੈਨੂੰ ਪਤਾ ਹੈ ਮੈਨੂੰ ਕੀ ਹੋਇਆ। ਇਟ ਇਜ਼ ਦ ਡਿਜ਼ੀਜ਼ ਫਰੋਮ ਸੁਮਾਤਰਾ, ਮੈਨੂੰ ਸੁਮਾਤਰਾ ਤੋਂ ਬਿਮਾਰੀ ਲੱਗੀ ਹੈ। ਡਿਜ਼ੀਜ਼ ਮਤਲਬ ਬਿਮਾਰੀ। ਇਟ ਇਜ਼ ਡੈਡਲੀ ਐਂਡ ਕੰਟੇਜੀਅਸ, ਅਤੇ ਜਿਹੜੀ ਇਹ ਬਿਮਾਰੀ ਹੈ ਇਹ ਬਹੁਤ ਹੀ ਭਿਆਨਕ ਹੈ, ਅਤੇ ਇਹ ਇੱਕ ਦੂਜੇ ਤੋਂ ਹੋ ਜਾਂਦੀ ਹੈ, ਛੂਤ ਦੀ ਬਿਮਾਰੀ ਹੈ ਇਹ।
ਵੈਟਸਨ ਦੈਟਸ ਇਟ ਬਾਈ ਟੱਚ। ਵੈਟਸਨ ਇਹ ਛੂਣ ਨਾਲ ਹੋ ਜੂਗੀ। ਗੁੱਡ ਹੈਵਨਸ ਹੋਮਸ ਡੂ ਯੂ ਥਿੰਕ ਦਿਸ ਕੈਨ ਸਟॉप मी। ਹਾਏ ਰੱਬਾ ਹੋਮਸ ਕੀ ਤੂੰ ਸੋਚਦਾ ਹੈ ਕਿ ਇਹ ਕਹਿ ਕੇ ਮੈਂ ਤੇਰੇ ਤੋਂ ਦੂਰ ਰਹਿ ਸਕਦਾ। ਆਈ ਸੈਡ ਐਡਵਾਂਸਿੰਗ ਟੂਵਰਡਸ ਹਿਮ। ਮੈਂ ਇਹ ਕਿਹਾ ਤੇ ਉਹਨਾਂ ਵੱਲ ਫੇਰ ਤੋਂ ਵਧਣ ਲੱਗਿਆ। ਇਫ ਯੂ ਸਟੈਂਡ ਦੇਅਰ ਆਈ ਵਿਲ ਟਾਕ ਇਫ ਯੂ ਡੋਂਟ ਯੂ ਮਸਟ ਲੀਵ ਦਾ ਰੂਮ ਸੈਡ ਮਾਈ ਮਾਸਟਰ। ਤੇ ਮੇਰੇ ਮਾਲਿਕ ਨੇ ਕਿਹਾ ਜੇ ਤੂੰ ਉੱਥੇ ਹੀ ਖੜ ਕੇ ਗੱਲ ਕਰਨੀ ਹੈ ਤਾਂ ਕਰ, ਨਹੀਂ ਤਾਂ ਫਿਰ ਤੂੰ ਮੇਰੇ ਕਮਰੇ ਤੋਂ ਬਾਹਰ ਚਲਾ ਜਾ। ਆਈ ਹੈਵ ਆਲਵੇਜ਼ ਗਿਵਨ ਇਨ ਟੂ ਹੋਮਸ ਵਿਸ਼ਿਸ। ਤੇ ਮੈਂ ਹਮੇਸ਼ਾ ਹੀ ਹੋਮਸ ਤਾਂ ਮੇਰੇ ਮਾਲਿਕ ਨੇ ਮੈਨੂੰ ਕਿਹਾ आई हैव ऑलवेज गिवन इन टू होम्स विशिज। मैं हमेशा ही होम्स या जो भी होम्स मैनू कहता मैं वो गल मानदा। बट नाउ माई फीलिंग्स एज अ डॉक्टर वॉज अरोज्ड। पर हुण मैं एक डॉक्टर होने के नाते मैं उन्होंने ठीक करना चाहता सी। आई वॉज एट लीस्ट हिज मास्टर इन द सिक रूम, क्योंकि एक सिक रूम के अंदर तो मैं वह मालिक मैं सी। होम्स आई सैड यू आर नॉट योर सेल्फ वैदर यू लाइक इट और नॉट। तो मैं होम्स नूं फिर थोड़ा झिड़क के कहा कि नहीं हुण तेरी गल नहीं मनी जानी हैगी। आई विल एग्जामिन योर सिम्पटम्स एंड ट्रीट यू। मैं हुण तेरे चैकअप करूँगा तो फिर तेनों ठीक कर दूँगा। इफ आई एम टू हैव अ डॉक्टर सेड ही लेट मी एट लीस्ट हैव समवन इन होम आई हैव कॉन्फिडेंस। तो होम्स ने कहा कि ठीक है जे तू मैनू चाहना कि मेरा इलाज किया जाए तो फिर मैनू एक ऐसा डॉक्टर बुला दे जिस ते मैनू विश्वास है। then you have not in me none in me। तो मैं कहा मेरे ते विश्वास नहीं हैगा। in your friendship certainly। तो उसने मैनू कहा तेरी दोस्ती ते मैनू विश्वास है but facts are facts। पर गल यही है, सही गल यही है वैटसन कि मैनू तेरी नॉलेज से विश्वास नहीं हैगा। यू आर जनरल प्रैक्टिशनर। तू एक जनरल प्रैक्टिशनर है नॉट अ स्पैशलिस्ट ऑफ दिस डिजीज। जिहड़ी बीमारी मैनू हुई है उसका तू स्पैशलिस्ट नहीं हैगा। If so, let me bring Sir Jasper Meek or Penrose Fisher or any other best man in London। तो मैं कहा कि ठीक है जे तेनों मेरे ते विश्वास नहीं तो दस केड़ा स्पैशलिस्ट बुला के लियावां। जैस्पर मीक नूं बुला लियावां, पेनरोज फिशर नूं बुला लियावां जां होर भी लंडन के जिहड़े बेस्ट डॉक्टर्स ने। इत्थों आपां नूं इह भी कहानी का पता लगता है कि यह लंडन दे विच लिखी गई है। राइट। हाउ इग्नोरेंट यू आर वैटसन ही सैड विद अ ग्रोन। तो उन्होंने ग्रोन करते हुए मतलब उदास होके कहा कि हाय हाय वैटसन तू तो समझदा ही नहीं हैगा। व्हाट डू यू नो अबाउट तरपोनली फीवर और द ब्लैक फॉर्मोसा प्लेग। तरपोनली फीवर बारे तेनू की पता है, की नॉलेज है तेनू। फॉर्मोसा प्लेग बारे तेनू की नॉलेज है। आई हैव नेवर हर्ड ऑफ देम आई एडमिटेड। मैं क्या हाँ ये तो मैंने सुने भी नहीं कदे। There are many problems of the disease in the East. I am learnt that much during my recent researches, and during this course I caught this illness, he said। तो उन्होंने कहा मिस्टर होम्स ने कहा कि ईस्ट दे विच बहुत सारिया ऐसिया प्रॉब्लम्स ने जिहड़ियां आपां सुनिया भी नहीं हैगियां। ठीक है, मैं हुण उधर गया सी, मैं इन्हां चीज़ां ते बहुत रिसर्च की है तो उत्थों ही मैनू यह बीमारी लग गई। आई विल ब्रिंग डॉक्टर एंस्ट्री देन। तो फिर मैं कहा भी चलो मैं फिर एंस्ट्री नूं बुला लेना। आई सेड गोइंग टूवर्ड्स द डोर। फिर मैं दरवाजे वाल जान लग्या। नेवर हैव आई हैड सच अ शॉक व्हेन द डाइंग मैन बोल्टेड द डोर एंड लॉक्ड इट होल्डिंग द की इन हिज हैंड। द नेक्स्ट मोमेंट ही वॉज बैक इन हिज बैड। तो इत्थे की होया मिस्टर वैटसन सी जो ओह दरवाजे वाल जान लगे कि ठीक है चल भाई मैं डॉक्टर एंस्ट्री को बुला के लिया आना मैं। ठीक है आप दरवाजे वाल गए इन्ने विच ही बीमार पिया आदमी जो मरण वाला होया पिया वो उठे फटाफट उठ के भज लवे, भज के दरवाजा बंद कर दे, कुंडी ला दे, कुंडी ला के जिंदा भी लाता तो जिंदा ला के चाबी वो हथ च है। तुम देख रहे हो आ की हो गया वट इज़ दिस। वो तो बहुत बीमार से हुण तो उठ भी नहीं सकता सी, हिल भी नहीं सकता सी ते किवें एकदम उठ के भज लिया तो फिर वो जाके बैड ते पै गया। यू वॉन्ट हैव द की बाय फोर्स फ्रॉम मी। तो उसने कहा कि हुण तू ये जो चाबी है यह की है यह तू मेरे तो हुण लै नहीं सकता वैटसन। बी हीयर टिल 6 o'clock, इट इज़ 4 नाउ।
ਤਾਂ ਉਸਨੇ ਮੈਨੂੰ ਕਿਹਾ 6 ਵਜੇ ਤੱਕ ਤੂੰ ਹੁਣ ਇੱਥੋਂ ਕਿਤੇ ਨਹੀਂ ਜਾਣਾ, ਹਜੇ 4 ਵਜੇ ਨੇ। ਦਿਸ ਇਜ਼ ਮੈਡਨੈਸ ਹੋਮਸ, ਆਈ ਸੈਡ। ਮੈਂ ਹੋਮਸ ਨੂੰ ਕਿਹਾ, ਹੋਮਸ ਇਹ ਤਾਂ ਪਾਗਲਪਨ ਹੈ। ਓਨਲੀ 2 ਆਵਰਸ ਵੈਟਸਨ, ਵੈਟਸਨ ਬਸ 2 ਘੰਟੇ। ਦੈਨ ਯੂ ਕੈਨ ਗੈਟ ਅ ਡਾਕਟਰ ਆਫ ਮਾਈ ਚੋਇਸ, ਫਿਰ ਤੂੰ ਜਾਈਂ ਤੇ ਮੇਰੀ ਚੋਇਸ ਦਾ ਜਿਹੜਾ ਡਾਕਟਰ ਤੈਨੂੰ ਮੈਂ ਕਹੂੰਗਾ ਉਸ ਡਾਕਟਰ ਨੂੰ ਲੈ ਕੇ ਆਈ। ਯੂ ਕੈਨ ਰੀਡ ਸਮ ਬੁੱਕਸ ਓਵਰ ਦੇਅਰ, ਜਾਂ ਤੂੰ ਉੱਥੇ ਦੇਖ ਕੁਛ ਬੁੱਕਸ ਪਈਆਂ ਨੇ ਉਹਨਾਂ ਨੂੰ ਪੜ੍ਹ ਲੈ। ਐਟ 6 ਵੀ ਵਿਲ ਟਾਕ ਅਗੇਨ, 6 ਵਜੇ ਆਪਾਂ ਦੁਬਾਰਾ ਗੱਲ ਕਰਾਂਗੇ। ਅਨਏਬਲ ਟੂ ਸੈਟਲ ਡਾਊਨ ਟੂ ਰੀਡਿੰਗ, ਤਾਂ ਦੁਬਾਰਾ ਹੁਣ ਮੈਨੂੰ ਮਤਲਬ ਮੈਂ ਬੜੀ ਟੈਨਸ਼ਨ 'ਚ ਆ ਚੁੱਕਿਆ ਸੀ ਕਿ ਬਿਮਾਰ ਇੰਨਾ ਜ਼ਿਆਦਾ ਹੋਇਆ ਪਿਆ, ਮੈਨੂੰ ਜਾਣ ਵੀ ਨਹੀਂ ਦੇ ਰਿਹਾ, ਤਾਂ ਮੈਂ ਕੀ ਕਰਾਂ। ਮੈਂ ਬੜਾ ਅੰਦਰ ਮੇਰੇ 'ਚ ਇੰਨੀ ਸਟੇਬਿਲਿਟੀ ਨਹੀਂ ਸੀ ਕਿ ਮੈਂ ਕੋਈ ਬੁੱਕ ਪੜ੍ਹ ਲਾਂ ਬੈਠ ਕੇ। ਤਾਂ ਮੈਂ ਆਈ ਵਾਕਡ ਸਲੋਲੀ ਰਾਊਂਡ ਐਂਡ ਰਾਊਂਡ ਲੁਕਿੰਗ ਐਟ ਦ ਪਿਕਚਰਸ, ਤਾਂ ਮੈਂ ਕਮਰੇ 'ਚ ਗੇੜੇ ਕੱਢ ਰਿਹਾ ਸੀਗਾ, ਤਾਂ ਕਮਰੇ 'ਚ ਗੇੜੇ ਕੱਢ ਰਿਹਾ ਸੀ। ਫਾਈਨਲੀ ਆਈ ਕੇਮ ਟੂ ਦ ਮੈਂਟਲ ਪੀਸ। ਮੈਂਟਲ ਪੀਸ ਹੁੰਦਾ ਜਿਹੜੀ ਕੰਸ ਬਣਦੀ ਹੈ ਨਾ, ਕਮਰਿਆਂ 'ਚ ਕੰਸ ਲੱਗੀ ਹੁੰਦੀ ਹੈ। ਤਾਂ ਮੈਂ ਉਸ ਸਲੈਬ ਦੇ ਨੇੜੇ ਗਿਆ, ਵੇਅਰ ਅਮੰਗ ਅਦਰ ਥਿੰਗਸ ਆਈ ਸੌ ਅ ਸਮॉल ਬਲੈਕ ਐਂਡ ਵਾਈਟ ਆਈਵਰੀ ਬਾਕਸ ਵਿਦ ਅ ਸਲਾਈਡਿੰਗ ਲਿਡ। ਤਾਂ ਮੈਂ ਉੱਥੇ ਦੇਖਿਆ ਕਿ ਕੰਸ ਦੇ ਉੱਪਰ ਹੀ, ਮੈਂਟਲ ਪੀਸ ਦੇ ਉੱਪਰ ਹੋਰ ਚੀਜ਼ਾਂ ਵੀ ਪਈਆਂ ਸੀ, ਉਹਨਾਂ ਦੇ ਵਿੱਚ ਹੀ ਇੱਕ ਬਲੈਕ ਐਂਡ ਵਾਈਟ ਆਈਵਰੀ ਬਾਕਸ ਪਿਆ ਸੀ, ਹਾਥੀ ਦੰਦ ਦਾ ਬਣਿਆ ਹੋਇਆ ਬਾਕਸ ਪਿਆ ਸੀ, ਜਿਹਦਾ ਉੱਪਰਲਾ ਜਿਹੜਾ ਢੱਕਣ ਸੀ, ਇੱਕ ਤਾਂ ਹੁੰਦਾ ਨਾ ਢੱਕਣ ਚੱਕ ਕੇ ਆਪਾਂ ਖੋਲ੍ਹ ਲੈਂਦੇ ਹਾਂ, ਇੱਕ ਹੁੰਦਾ ਢੱਕਣ ਨੂੰ ਖਿਸਕਾ ਕੇ ਆਪਾਂ ਖੋਲ੍ਹਦੇ ਹਾਂ। ਤਾਂ ਖਿਸਕਾ ਕੇ ਖੋਲ੍ਹਣ ਵਾਲੇ ਨੂੰ ਆਪਾਂ ਕਹਿੰਦੇ ਹਾਂ ਸਲਾਈਡਿੰਗ ਲਿਡ। ਲਿਡ ਮਤਲਬ ਢੱਕਣ, ਸਲਾਈਡਿੰਗ ਮਤਲਬ ਖਿਸਕਾ ਕੇ ਖੋਲ੍ਹਣ ਵਾਲਾ। ਤਾਂ ਇਸ ਤਰ੍ਹਾਂ ਦਾ ਉਹਦਾ ਢੱਕਣ ਸੀ। ਐਜ਼ ਆਈ ਹੈਲਡ ਇਟ ਇਨ ਮਾਈ ਹੈਂਡ, ਤਾਂ ਮੈਂ ਉਹਨੂੰ ਚੱਕ ਲਿਆ, ਆਈਵਰੀ ਬਾਕਸ ਨੂੰ ਮੈਂ ਦੇਖਣ ਲੱਗਿਆ, ਮੈਂ ਚੱਕ ਲਿਆ ਹੱਥਾਂ 'ਚ ਟੂ ਐਗਜ਼ਾਮਿਨ ਇਟ, ਇਹਨੂੰ ਚੈੱਕ ਕਰਨ ਦੇ ਲਈ ਵੀ ਇਹ 'ਚ ਕੀ ਹੈ। ਟਾਈਮ ਪਾਸ ਕਰ ਰਿਹਾ ਸੀ ਨਾ, 2 ਘੰਟੇ ਟਾਈਮ ਪਾਸ ਕਰਨਾ ਸੀ। ਆਈ ਹਰਡ ਅ ਡਰੈਡਫੁਲ ਕ੍ਰਾਈ, ਤਾਂ ਮੈਂ ਇੰਨੇ ਵਿੱਚ ਹੀ ਇੱਕ ਬਹੁਤ ਹੀ ਭਿਆਨਕ ਚੀਖ ਸੁਣੀ। ਕੀ ਕਹਿ ਰਿਹਾ ਸੀਗਾ? ਪੁੱਟ ਇਟ ਡਾਊਨ, ਡਾਊਨ ਐਟ ਵੰਸ ਵੈਟਸਨ, ਵੈਟਸਨ ਰੱਖ ਦੇ ਇਹਨੂੰ, ਰੱਖ ਦੇ। ਹੀ ਸੈਡ I hate to have my things touched, ਮੈਨੂੰ ਬਹੁਤ ਬੁਰਾ ਲੱਗਦਾ ਜਦੋਂ ਮੇਰੀਆਂ ਕੋਈ ਚੀਜ਼ਾਂ ਨੂੰ ਛੂੰਹਦਾ ਹੈ। I thought how ill he was in his mind and sat silently until the time passed, ਤਾਂ ਮੈਂ ਸੋਚਿਆ ਹਾਏ ਹਾਏ ਵਿਚਾਰਾ ਕਿੰਨਾ ਬਿਮਾਰ ਹੈ, ਇਹਦਾ ਦਿਮਾਗ ਹੀ ਖਰਾਬ ਹੋ ਗਿਆ ਹੁਣ ਤਾਂ ਬਿਮਾਰੀ ਦੇ ਨਾਲ। ਅਤੇ ਮੈਂ ਇੱਕ ਪਾਸੇ ਚੁੱਪ ਕਰਕੇ ਬੈਠ ਗਿਆ, ਟਾਈਮ ਪਾਸ ਕਰਨ ਲੱਗ ਗਿਆ ਕਿ ਕਦੋਂ 6 ਵੱਜਣਗੇ, ਕਦੋਂ ਮੈਂ ਜਾਊਂਗਾ। ਨਾਓ ਵੈਟਸਨ, ਹੀ ਸੈਡ ਹੈਵ ਯੂ ਐਨੀ ਚੇਂਜ, ਤਾਂ ਫਿਰ ਹੁਣ ਉਹਨੇ ਮੈਨੂੰ ਫਿਰ ਬੁਲਾਇਆ। ਉਹਨੇ ਮੈਨੂੰ ਕਿਹਾ ਕਿ ਤੇਰੇ ਕੋਲ ਖੁੱਲ੍ਹੇ ਪੈਸੇ ਹੈਗੇ ਨੇ? ਚੇਂਜ ਹੈਗੀ ਹੈ, ਚੇਂਜ ਦਾ ਮਤਲਬ ਇੱਥੇ ਕਿ ਖੁੱਲ੍ਹੇ ਪੈਸੇ, ਜਿਵੇਂ ਭਾਣ ਕਹਿ ਦਿੰਦੇ ਹਾਂ ਜਿਹਨੂੰ ਆਪਾਂ। ਯੈਸ ਆਈ ਰਿਪਲਾਈਡ, ਹਾਂ ਮੈਂ ਕਿਹਾ ਹਾਂ ਹੈਗੇ ਆ। ਹਾਊ ਮੈਨੀ ਹਾਫ ਕਰਾਊਨਸ, ਤਾਂ 50 ਪੈਸੇ ਦੇ ਕਿੰਨੇ ਨੇ ਤੇਰੇ ਕੋਲ? ਪੁੱਟ ਦੈਮ ਇਨ ਯੂਰ ਵਾਚ ਪੋਕਿਟ, ਤਾਂ ਉਸਨੂੰ ਆਪਣੀ ਵਾਚ ਪੋਕਿਟ 'ਚ ਪਾ ਲਿਆ। ਐਂਡ ਆਲ ਦ ਰੈਸਟ ਇਨ ਯੂਰ ਟਰਾਊਜ਼ਰ ਪੋਕਿਟ, ਵਾਚ ਪੋਕਿਟ ਕਿਹੜੀ ਹੁੰਦੀ ਹੈ? ਜਿਹੜੀ ਸ਼ਰਟ ਦੀ ਜੇਬ ਹੁੰਦੀ ਹੈ ਲੈਫਟ ਸਾਈਡ ਵਾਲੀ, ਉਹਨੂੰ ਵਾਚ ਪੋਕਿਟ ਬੋਲਦੇ ਨੇ ਇਹ। ਅਤੇ ਇੱਕ ਆਪਾਂ ਪੈਂਟ ਪਾਉਂਦੇ ਹਾਂ ਉਹਨੂੰ ਟਰਾਊਜ਼ਰ ਬੋਲਦੇ ਨੇ। ਟਰਾਊਜ਼ਰ ਦੀਆਂ ਲੈਫਟ ਅਤੇ ਰਾਈਟ 2 ਪੋਕਿਟਸ ਹੁੰਦੀਆਂ ਨੇ। ਤਾਂ ਇਸਨੇ ਕਿਹਾ ਕਿ ਜਿਹੜੇ ਤਾਂ ਹਾਫ ਕਰਾਊਨਸ ਨੇ ਉਹਨਾਂ ਨੂੰ ਆਪਣੀ ਉੱਪਰਲੀ ਜੇਬ 'ਚ ਪਾ ਲੈ, ਅਤੇ ਜਿਹੜੇ ਬਾਕੀ ਬਚ ਗਏ ਉਹਨੂੰ ਪੈਂਟ ਦੀ ਜੇਬ 'ਚ ਪਾ ਲੈ। ਯੂ ਵਿਲ ਲਾਈਟ ਦ ਗੈਸ ਲੈਂਪ, ਅਤੇ ਹੁਣ ਐ ਕਰ ਗੈਸ ਲੈਂਪ ਚਲਾ ਦੇ, ਬਟ ਇਟ ਮਸਟ ਬੀ ਹਾਫ ਔਨ, ਪਰ ਇਹ ਅੱਧਾ ਹੀ ਚੱਲਦਾ ਹੋਣਾ ਚਾਹੀਦਾ, ਤੇਜ਼ ਨਾ ਚਲਾਈ। ਯੂ ਵਿਲ ਹੈਵ ਦ ਕਾਈਂਡਨੈਸ ਟੂ ਪਲੇਸ ਸਮ ਲੈਟਰਸ ਐਂਡ ਪੇਪਰ ਔਨ ਦ ਟੇਬਲ ਵਿਦ ਇਨ ਮਾਈ ਰੀਚ, ਅਤੇ ਤੂੰ ਬੜਾ ਦਿਆਲੂ ਹੈ, ਕਿਰਪਾ ਕਰਕੇ ਮੈਨੂੰ ਕੁਛ ਲੈਟਰਸ ਪੇਪਰ ਮੇਰੇ ਟੇਬਲ 'ਤੇ ਰੱਖ ਦੇ ਤਾਂ ਕਿ ਮੇਰੀ ਰੀਚ 'ਚ ਹੋਣ, ਮਤਲਬ ਮੈਂ ਉਹਨਾਂ ਦੀ ਪਹੁੰਚ ਕਰ ਸਕਾਂ। ਨਾਓ ਪਲੇਸ ਦ ਆਈਵਰੀ ਬਾਕਸ ਔਨ ਦ ਟੇਬਲ, ਹੁਣ ਐ ਕਰ, ਹੁਣ ਉਹਨੇ ਰੱਖਤੇ ਲੈਟਰਸ, ਰੱਖਤੇ ਪੇਪਰ ਰੱਖਤੇ। ਉਸ ਤੋਂ ਬਾਅਦ ਕਹਿੰਦਾ ਵੀ ਆਈਵਰੀ ਬਾਕਸ ਉਹ ਚੱਕੀ ਜਿਹੜਾ ਪਹਿਲਾਂ ਚੱਕਿਆ ਸੀ ਉਹਨੂੰ ਵੀ ਟੇਬਲ 'ਤੇ ਰੱਖ ਦੇ। ਸਲਾਈਡ ਦ ਲਿਡ ਬਿਟ ਵਿਦ ਟੋਂਗਸ, ਅਤੇ ਕਿਹਾ ਵੀ ਇਹਦਾ ਜਿਹੜਾ ਢੱਕਣ ਹੈ ਹੱਥ ਨਹੀਂ ਲਗਾਉਣਾ, ਚਿਮਟੀ ਦੇ ਨਾਲ ਇਸ ਦੇ ਢੱਕਣ ਨੂੰ ਥੋੜ੍ਹਾ ਜਿਹਾ ਹਿਲਾ ਦੇ, ਥੋੜ੍ਹਾ ਜਿਹਾ ਖੋਲ੍ਹ ਦੇ ਇਹਨੂੰ। ਪੁੱਟ ਦ ਟੋਂਗਸ ਔਨ ਦ ਟੇਬਲ, ਅਤੇ ਜਿਹੜੇ ਟੋਂਗਸ ਨੇ ਮਤਲਬ ਜਿਹੜੀ ਚਿਮਟੀ ਹੈ ਉਸਨੂੰ ਵੀ ਟੇਬਲ 'ਤੇ ਰੱਖ ਦੇ। ਗੁੱਡ, ਠੀਕ ਹੈ, ਰੱਖਤਾ, ਓਕੇ, ਸਾਰਾ ਹੋ ਗਿਆ। ਨਾਓ ਯੂ ਕੈਨ ਗੋ, ਹੁਣ ਤੂੰ ਜਾ ਸਕਦਾ ਐਂਡ ਫੈਚ ਮਿਸਟਰ ਕਲਵਰਟਨ ਸਮਿਥ, ਅਤੇ ਜਾ ਕੇ ਹੁਣ ਤੂੰ ਮਿਸਟਰ ਕਲਵਰਟਨ ਸਮਿਥ ਨੂੰ ਲੈ ਕੇ ਆ ਆਫ 13 ਲੋਅਰ ਬਰਕ ਸਟਰੀਟ, ਜਿਹੜਾ ਕਿ 13 ਲੋਅਰ ਬਰਕ ਸਟਰੀਟ ਜਿਹੜਾ ਐਡਰੈਸ ਹੈ ਉੱਥੋਂ ਉਸਨੂੰ ਲੈ ਕੇ ਆ। I was hesitant to leave him now, he was delirious,
मैं ਹੁਣ ਉਹਨੂੰ ਇਕੱਲੇ ਨੂੰ ਛੱਡ ਕੇ ਜਾਣ 'ਚ ਵੀ ਮੈਨੂੰ ਡਰ ਲੱਗ ਰਿਹਾ ਸੀ, ਕਿਉਂਕਿ ਉਹ ਤਾਂ ਪਾਗਲ ਹੋ ਚੁੱਕਿਆ ਸੀ। ਡੈਲੀਰੀਅਸ ਮੀਨਸ ਜਿਹਦਾ ਦਿਮਾਗ ਖਰਾਬ ਹੋ ਜੇ, ਕਿਉਂਕਿ ਉਹ ਪਾਗਲ ਹੋ ਚੁੱਕਿਆ ਸੀ। ਆਈ ਹੈਵ ਨੈਵਰ ਹਰਡ ਆਫ ਦ ਨੇਮ, ਆਈ ਸੈਡ। ਮੈਂ ਕਿਹਾ ਵੀ ਆਹ ਕਲਵਰਟਨ ਸਮਿਥ ਦਾ ਨਾਮ ਹੀ ਨਹੀਂ ਮੈਂ ਕਦੇ ਸੁਣਿਆ, ਵੀ ਇਹ ਕਿਹੜਾ ਡਾਕਟਰ ਆ ਗਿਆ। ਵੈਲ ਹੀ ਇਜ਼ ਦ ਮੈਨ ਹੂ ਹੈਜ਼ ਦ ਨੌਲੇਜ ਆਫ ਦਿਸ ਡਿਜ਼ੀਜ਼, ਬਟ ਹੀ ਇਜ਼ ਨੋਟ ਅ ਮੈਡੀਕਲ ਮੈਨ। ਤਾਂ ਮਿਸਟਰ ਹੋਮਸ ਨੇ ਮੈਨੂੰ ਕਿਹਾ ਕਿ ਹਾਂ ਉਹ ਇਸ ਜਿਹੜੀ ਮੈਨੂੰ ਬਿਮਾਰੀ ਹੋਈ ਹੈ ਨਾ ਉਹਦੇ ਉਹ ਸਪੈਸ਼ਲਿਸਟ ਨੇ, ਵੈਸੇ ਉਹ ਕੋਈ ਮੈਡੀਕਲ ਮੈਨ ਨਹੀਂ ਹੈ, ਡਾਕਟਰ ਨਹੀਂ ਹੈ। ਹੀ ਇਜ਼ ਅ ਪਲੰਟਰ, ਉਹ ਇੱਕ ਮਾਲੀ ਹੈ। ਹੀ ਲਿਵਜ਼ ਇਨ ਸੁਮਾਤਰਾ, ਉਹ ਸੁਮਾਤਰਾ ਦਾ ਰਹਿਣ ਵਾਲਾ ਹੈ। ਹੁਣ ਉਹ ਲੰਡਨ ਆਇਆ ਹੋਇਆ, ਨਾਓ ਵਿਜ਼ਿਟਿੰਗ ਲੰਡਨ। ਆਈ ਡਿਡਨਟ ਵਾਂਟ ਯੂ ਟੂ ਗੋ ਬਿਫੋਰ 6, ਮੈਂ ਨਹੀਂ ਚਾਹੁੰਦਾ ਸੀ ਕਿ ਤੂੰ 6 ਵਜੇ ਤੋਂ ਪਹਿਲਾਂ ਜਾਵੇਂ, ਬਿਕਾਜ਼ ਯੂ ਵੁਡਨਟ ਹੈਵ ਫਾਊਂਡ ਹਿਮ ਇਨ ਹੀ ਸਟੱਡੀ, ਕਿਉਂਕਿ ਜੇ ਤੂੰ 6 ਵਜੇ ਤੋਂ ਪਹਿਲਾਂ ਜਾਂਦਾ ਤੈਨੂੰ ਉਹ ਉੱਥੇ ਮਿਲਣਾ ਹੀ ਨਹੀਂ ਸੀ। ਆਈ ਹੋਪ ਯੂ ਵਿਲ ਬੀ ਏਬਲ ਟੂ ਪਰਸੁਏਡ ਹਿਮ ਟੂ ਕਮ, ਅਤੇ ਮੈਂ ਉਮੀਦ ਕਰਦਾ ਕਿ ਤੂੰ ਉਸਨੂੰ ਮਨਾ ਲੇਗਾ। ਪਰਸੁਏਡ ਕੀ ਹੁੰਦਾ, ਜ਼ੋਰ ਪਾ ਕੇ ਮਨਾ ਲੈਣਾ। ਤਾਂ ਮੈਂ ਉਮੀਦ ਕਰਦਾ ਵੀ ਤੂੰ ਉਸਨੂੰ ਮਨਾ ਲੇਗਾ ਇੱਥੇ ਆਉਣ ਦੇ ਲਈ। ਯੂ ਵਿਲ ਟੈਲ ਹਿਮ ਐਗਜ਼ੈਕਟਲੀ ਹਾਊ ਯੂ ਹੈਵ ਲੈਫਟ ਹਿਮ, ਤੂੰ ਉਹਨੂੰ ਜਾ ਕੇ ਇਹ ਦੱਸਣਾ ਜੋ ਤੂੰ ਇੱਥੇ ਦੇਖ ਕੇ ਗਿਆ, ਜੋ ਤੂੰ ਮੇਰੀ ਹਾਲਤ ਦੇਖ ਕੇ ਗਿਆ, ਐਗਜ਼ੈਕਟਲੀ ਜਾ ਕੇ ਉਵੇਂ ਹੀ ਉਸਨੂੰ ਦੱਸ ਦੇ। ਹੀ ਸੈਡ ਯੂ ਮਸਟ ਟੈਲ ਹਿਮ ਦੈਟ ਆਈ ਐਮ ਡਾਇੰਗ, ਤੂੰ ਉਹਨੂੰ ਜਾ ਕੇ ਐਵੇਂ ਹੀ ਕਹਿਣਾ ਕਿ ਮੈਂ ਮਰਨ ਵਾਲਾ ਹੋਇਆ ਪਿਆ। ਪਲੀਡ ਵਿਦ ਹਿਮ, ਉਸਨੂੰ ਮਨਾ ਕਿਸੇ ਤਰ੍ਹਾਂ। ਵੈਟਸਨ ਆਈ ਵਿਲ ਬ੍ਰਿੰਗ ਹਿਮ ਇਨ ਅ ਕੈਬ, ਆਈ ਸੈਡ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਉਹਨੂੰ ਗੱਡੀ 'ਚ ਬਿਠਾ ਲਿਆ ਨਾ, ਕੈਬ ਮਤਲਬ ਟੈਕਸੀ, ਗੱਡੀ। ਤਾਂ ਮੈਂ ਉਹਨੂੰ ਕਿਹਾ ਮੈਂ ਗੱਡੀ 'ਚ ਬਿਠਾ ਲਿਆ ਨਾ। ਨੋ ਯੂ ਵਿਲ ਪਰਸੁਏਡ ਹਿਮ ਟੂ ਕਮ, ਨਹੀਂ ਨਹੀਂ ਨਹੀਂ, ਨਾਲ ਨਹੀਂ ਲੈ ਕੇ ਆਉਣਾ, ਤੂੰ ਉਹਨੂੰ ਸਿਰਫ ਮਨਾਣਾ ਐਂਡ ਰਿਟਰਨ ਬਿਫੋਰ ਹਿਮ, ਅਤੇ ਉਹ ਤੋਂ ਪਹਿਲਾਂ ਖੁਦ ਵਾਪਿਸ ਆ ਜਾਣਾ ਤੈਨੇ। ਮੇਕ ਐਨੀ ਐਕਸਕਿਊਜ਼, ਕੋਈ ਬਹਾਨਾ ਲਾ ਦੀ। ਰਿਮੈਂਬਰ ਦਿਸ ਵੈਟਸਨ, ਵੈਟਸਨ ਆਹ ਗੱਲ ਤੈਨੇ ਯਾਦ ਰੱਖਣੀ ਹੈ, ਨਾਲ ਨਹੀਂ ਲੈ ਕੇ ਆਉਣਾ, ਉਸ ਤੋਂ ਪਹਿਲਾਂ ਆਪ ਆ ਜਾਣਾ ਹੈ, ਬਹਾਨਾ ਮਾਰ ਕੇ ਆ ਜੀ, ਪਰ ਉਹਨੂੰ ਚੰਗੀ ਤਰ੍ਹਾਂ ਮਨਾ ਕੇ ਆਈ ਵੀ ਉਹ ਆਊਗਾ। ਆਈ ਸੋ ਮਿਸਿਜ਼ ਹਡਸਨ ਵਾਜ਼ ਵੇਟਿੰਗ ਆਊਟਸਾਈਡ, ਮੈਂ ਦੇਖਿਆ ਮਿਸਿਜ਼ ਹਡਸਨ ਬਾਹਰ ਵੇਟ ਕਰ ਰਹੀ ਸੀ। ਟਰੈਂਬਲਿੰਗ, ਕੰਬ ਰਹੀ ਸੀ ਉਹ ਡਰ ਦੇ ਨਾਲ। ਐਂਡ ਕ੍ਰਾਈੰਗ, ਰੋ ਰਹੀ ਸੀ ਕਿ ਹਾਏ ਮਿਸਟਰ ਵੈਟਸਨ ਨੂੰ ਕੁਛ ਹੋ, ਮਿਸਟਰ ਹੋਮਸ ਨੂੰ ਕੁਛ ਹੋ ਨਾ ਜਾਵੇ। ਬਿਲੋ ਐਜ਼ ਆਈ ਵੇਟਡ ਫॉर ਅ ਕੈਬ, ਤਾਂ ਨੀਚੇ ਇੱਕ ਕੈਬ ਮੇਰੀ ਵੇਟ ਕਰ ਰਹੀ ਸੀ। ਆਈ ਐਮ ਵੇਟਡ ਫॉर ਦ ਕੈਬ, ਤਾਂ ਨੀਚੇ ਜਦੋਂ ਮੈਂ ਕੈਬ ਦੀ ਵੇਟ ਕਰ ਰਿਹਾ ਸੀ ਤਾਂ ਆਈ ਮੈਟ ਇੰਸਪੈਕਟਰ ਮੋਰਟਨ ਆਫ ਦ ਸਕਾਟਲੈਂਡ ਯਾਰਡ, ਤਾਂ ਮੈਂ ਉੱਥੇ ਦੇਖਿਆ ਕਿ ਮਿਸਟਰ ਮੋਰਟਨ ਆਏ ਹੋਏ ਸੀ ਸਕਾਟਲੈਂਡ ਯਾਰਡ ਦੇ ਜਿਹੜੇ ਕਿ ਇੰਸਪੈਕਟਰ ਨੇ। ਹੀ ਵਾਜ਼ ਨੋਟ ਇਨ ਹਿਜ਼ ਯੂਨੀਫਾਰਮ, ਪਰ ਉਹ ਯੂਨੀਫਾਰਮ ਦੇ ਵਿੱਚ ਨਹੀਂ ਸੀਗੇ। ਹਾਊ ਇਜ਼ ਹੀ ਆਸਕਡ, ਉਸਨੇ ਮਿਸਟਰ ਮੋਰਟਨ ਨੇ ਮੈਨੂੰ ਪੁੱਛਿਆ ਕਿ ਹੁਣ ਕਿਵੇਂ ਹੈ ਉਹ। ਹੀ ਇਜ਼ ਵੈਰੀ ਇਲ, ਆਈ ਆਨਸਰਡ, ਮੈਂ ਕਿਹਾ ਵੀ ਬਹੁਤ ਬਿਮਾਰ ਹੈ ਉਹ ਤਾਂ। ਆਈ ਰੀਚਡ ਮਿਸਟਰ ਕਲਵਰਟਨ ਸਮਿਥਸ ਹਾਊਸ, ਹੁਣ ਮੈਂ ਕਲਵਰਟਨ ਸਮਿਥ ਦੇ ਘਰੇ ਪਹੁੰਚ ਗਿਆ। ਦ ਬਟਲਰ ਅਪੀਅਰਡ ਐਟ ਦ ਡੋਰਵੇ, ਤਾਂ ਬਟਲਰ ਕੌਣ ਹੁੰਦਾ ਹੈ, ਜੋ ਘਰ ਦੇ ਛੋਟੇ ਮੋਟੇ ਕੰਮ ਕਰਦਾ ਹੈ, ਦਰਵਾਜ਼ਾ ਖੋਲ੍ਹਣਾ, ਰੋਟੀ ਬਣਾਉਣਾ ਵਗੈਰਾ ਵਗੈਰਾ। ਤਾਂ ਬਟਲਰ ਦਰਵਾਜ਼ੇ 'ਤੇ ਆਇਆ। ਥਰੂ ਦ ਹਾਫ ਓਪਨ ਡੋਰ, ਪਰ ਉਹਨੇ ਪੂਰਾ ਦਰਵਾਜ਼ਾ ਨਹੀਂ ਖੋਲ੍ਹਿਆ, ਉਸਨੇ ਅੱਧਾ ਦਰਵਾਜ਼ਾ ਖੋਲ੍ਹਿਆ। ਆਈ ਹਰਡ ਅ ਮੈਨਸ ਵੌਇਸ ਟੈਲਿੰਗ ਦ ਬਟਲਰ ਆਈ ਐਮ ਨੋਟ ਐਟ ਹੋਮ, ਸੇ ਸੋ, ਤਾਂ ਹਜੇ ਬਟਲਰ ਦਰਵਾਜ਼ਾ ਖੋਲ੍ਹ ਹੀ ਰਿਹਾ ਸੀ, ਕਹਿਣ ਦਾ ਮਤਲਬ ਹੈ ਅੱਧਾ ਹੀ ਦਰਵਾਜ਼ਾ ਖੋਲ੍ਹਿਆ ਸੀ, ਤਾਂ ਅੰਦਰੋਂ ਇੱਕ ਆਵਾਜ਼ ਆਈ, ਉਹ ਜਾ ਕੇ ਕਹਿ ਦੇ ਮੈਂ ਘਰੇ ਨਹੀਂ ਹੈਗਾ। ਆਈ ਪੁਸ਼ਡ ਪਾਸ ਦ ਬਟਲਰ ਐਂਡ ਐਂਟਰਡ ਦ ਰੂਮ, ਤਾਂ ਮੈਂ ਬਟਲਰ ਨੂੰ ਧੱਕਾ ਮਾਰਦੇ ਹੋਏ ਸਿੱਧਾ ਅੰਦਰ ਚਲਾ ਗਿਆ ਅਤੇ ਜਾ ਕੇ ਕਮਰੇ 'ਚ ਐਂਟਰ ਹੋ ਗਿਆ। ਆਈ ਸੌ ਅ ਫਰੇਲ ਮੈਨ, ਮੈਂ ਇੱਕ ਪਤਲਾ ਜਿਹਾ ਬੰਦਾ ਦੇਖਿਆ, ਵਿਦ ਬਾਲਡ ਹੈਡ, ਗੰਜਾ ਸਿਰ, ਸਿਟਿੰਗ, ਬੈਠਾ ਸੀਗਾ। ਆਈ ਐਮ ਸੌਰੀ, ਮੈंने ਕਿਹਾ ਮੈਨੂੰ ਮਾफ़ ਕਰਨਾ, ਬਟ ਦ ਮੈਟਰ ਕੈਨ ਨੋਟ ਬੀ ਡਿਲੇਡ, ਪਰ ਜਿਹੜੀ ਮੈਂ ਗੱਲ ਕਰਨ ਆਇਆ ਉਸਨੂੰ ਟਾਲਿਆ ਨਹੀਂ ਜਾ ਸਕਦਾ। ਮਿਸਟਰ ਸ਼ੈਰਲੌਕ ਹੋਮਸ ਮੈਂ ਕੁਛ ਹਜੇ ਕਹਿ ਨਹੀਂ ਲੱਗਿਆ ਸੀਗਾ ਕਿ ਇੰਨੇ ਵਿੱਚ ਹੀ ਦੂਸਰਾ ਬੰਦਾ ਬੋਲ ਪਿਆ। ਦ ਮੇਅਰ ਮੈਂਸ਼ਨ ਆਫ ਹਿਜ਼ ਨੇਮ ਹੈਡ ਅ ਡਿਫਰੈਂਟ ਇਫੈਕਟ ਔਨ ਦ ਮੈਨ, ਤਾਂ ਹਜੇ ਮੈਂ ਨਾਮ ਹੀ ਲਿਆ ਸੀ ਮਿਸਟਰ ਸ਼ੈਰਲੌਕ ਹੋਮਸ ਦਾ ਕਿ ਸਾਹਮਣੇ ਵਾਲੇ ਬੰਦੇ ਦੇ ਹਾਵ ਭਾਵ ਚੇਂਜ ਹੋ ਗਏ। ਹੈਵ ਯੂ ਕਮ ਫਰੋਮ ਹੋਮਸ, ਹਾਊ ਇਜ਼ ਹੀ ਆਸਕਡ, ਤਾਂ ਉਸਨੇ ਮੈਨੂੰ ਕਿਹਾ ਅੱਛਾ ਤੂੰ ਹੋਮਸ ਕੋਲੋਂ ਆਇਆ, ਕਿਵੇਂ ਹੈ ਉਹ। ਹੀ ਇਜ਼ ਵੈਰੀ ਇਲ, ਮੈਂ ਕਿਹਾ ਕਿ ਉਹ ਬਹੁਤ ਬਿਮਾਰ ਹੈ। ਦੈਟ ਇਜ਼ ਵਾਈ ਆਈ ਹੈਵ ਕਮ, ਤਾਂ ਹੀ ਤਾਂ ਮੈਂ ਆਇਆ। ਮਿਸਟਰ ਹੋਮਸ ਹੈਜ਼ ਅ ਹਾਈ ਓਪੀਨੀਅਨ ਆਫ ਯੂ ਐਂਡ ਥੋਟ ਯੂ ਆਰ ਦ ਓਨਲੀ ਮੈਨ ਇਨ ਲੰਡਨ ਹੂ ਕੈਨ ਹੈਲਪ ਹਿਮ। ਮਿਸਟਰ ਹੋਮਸ ਤੁਹਾਡੇ ਬਾਰੇ ਬਹੁਤ
ਵੱਡੀ ਉੱਚੀ ਓਪੀਨੀਅਨ ਰੱਖਦੇ ਨੇ ਅਤੇ ਉਹ ਇਹ ਸੋਚਦੇ ਨੇ ਕਿ ਲੰਡਨ ਦੇ ਵਿੱਚ ਸਿਰਫ ਤੁਸੀਂ ਹੀ ਹੋ ਜੋ ਉਹਨਾਂ ਦੀ ਮਦਦ ਕਰ ਸਕਦੇ ਹੋ। ਦ ਲਿਟਲ ਮੈਨ ਵਾਜ਼ ਸਟਾਰਟਲਡ, ਤਾਂ ਉਹ ਛੋਟਾ ਆਦਮੀ ਸਟਾਰਟਲਡ मतलब हैरान हो गया बहुत ज़्यादा। वाई ही आस्क्ड, उसने किया क्यों, मैं क्यों? बिकॉज ऑफ योर नॉलेज ऑफ द ईस्टर्न डिजीज़, क्योंकि ਤੁਹਾਨੂੰ ईस्टर्न डिजीज़ ਦੀ ਬਹੁਤ ਜ਼ਿਆਦਾ ਨੌਲੇਜ ਹੈ। आई रिप्लाइड, हाउ डिड ही गेट इट, ਉਸਨੂੰ ਇਹ ਬਿਮਾਰੀ ਕਿਵੇਂ ਹੋਈ? ही आस्क्ड, उसने ਮੈਨੂੰ ਪੁੱਛਿਆ। आई टोल्ड हिम एवरीथिंग, मैं ਉਸਨੂੰ ਸਾਰੀ ਗੱਲ ਦੱਸੀ। ही स्माइल्ड एंड अग्रीड टू कम, ਉਹ ਹੱਸਿਆ ਅਤੇ ਉਸਨੇ ਮੇਰੇ ਨਾਲ ਆਉਣਾ ਸਵੀਕਾਰ ਕੀਤਾ। ਪ੍ਰੀਟੈਂਡਿੰਗ ਦੈਟ ਆਈ ਹੈਡ ਸਮ ਅਦਰ ਅਪੁਆਇੰਟਮੈਂਟ, ਤਾਂ ਮੈਂ ਉਹਨੂੰ ਇਹ ਬਹਾਨਾ ਲਾ ਕੇ ਆ ਗਿਆ, ਦਿਖਾਵਾ ਕਰਿਆ ਮੈਨੇ ਕਿ ਮੈਂ ਡਾਕਟਰ ਹਾਂ, ਮੇਰੀ ਇੱਕ ਹੋਰ ਅਪੁਆਇੰਟਮੈਂਟ ਹੈ। ਆਈ ਲੈਫਟ ਹਿਮ, ਕਿ ਮੈਨੂੰ ਹੁਣ ਜਾਣਾ ਪਊਗਾ, ਮੈਂ ਉਹਨੂੰ ਉੱਥੇ ਹੀ ਛੋੜ ਕੇ ਆਪਣਾ ਵਾਪਿਸ ਆ ਗਿਆ। ਵਿਦ ਅ ਸਿੰਕਿੰਗ ਹਾਰਟ ਆਈ ਰੀਚਡ ਹੋਮਸ ਰੂਮ, ਤਾਂ ਮੈਂ ਡਰਿਆ ਡਰਾਇਆ ਹੋਮਸ ਦੇ ਕਮਰੇ 'ਚ ਪਹੁੰਚਿਆ। ਮੈਨੂੰ ਐ ਸੀ ਪਤਾ ਨਹੀਂ ਮੈਨੂੰ ਜਿੰਦਾ ਮਿਲੂਗਾ ਵੀ ਕਿ ਨਹੀਂ। ਆਈ ਟੋਲਡ ਹਿਮ ਦੈਟ ਮਿਸਟਰ ਸਮਿਥ ਵਾਜ਼ ਕਮਿੰਗ, ਮੈਂ ਉਹਨੂੰ ਦੱਸਿਆ ਜਾ ਕੇ ਕਿ ਮਿਸਟਰ ਸਮਿਥ ਆ ਰਹੇ ਨੇ। ਵੈਲ ਡਨ ਵੈਟਸਨ, ਹੀ ਸੈਡ, ਉਸਨੇ ਕਿਹਾ ਬਹੁਤ ਵਧੀਆ ਕੀਤਾ। ਯੂ ਹੈਵ ਡਨ ਐਵਰੀਥਿੰਗ ਦੈਟ ਅ ਗੁੱਡ ਫਰੈਂਡ ਕੁਡ ਡੂ, ਤੂੰ ਬਿਲਕੁਲ ਉਵੇਂ ਹੀ ਕੀਤਾ ਹੈ ਜਿਵੇਂ ਕਿ ਇੱਕ ਚੰਗਾ ਦੋਸਤ ਕਰ ਸਕਦਾ ਹੈ। ਨਾਓ ਯੂ ਡਿਸਅਪੀਅਰ ਟੂ ਨੈਕਸਟ ਰੂਮ, ਹੁਣ ਤੂੰ ਐਂ ਕਰ ਨਾਲ ਵਾਲੇ ਕਮਰੇ 'ਚ ਚਲਾ ਜਾ, ਨਾਲ ਵਾਲੇ ਕਮਰੇ ਜਾ ਕੇ ਰੁਕ। ਐਂਡ ਡੋਂਟ ਸਪੀਕ ਔਰ ਕਮ ਹੀਅਰ, ਬੋਲੀ ਨਾ, ਇੱਥੇ ਵੀ ਨਹੀਂ ਆਉਣਾ ਤੈਨੇ, ਠੀਕ ਹੈ, ਉੱਧਰ ਹੀ ਰਹੀ। ਆਈ ਹਾਰਡ ਦ ਫੁੱਟ ਸਟੈਪਸ, ਤਾਂ ਮੈਂ ਹੁਣ ਨਾਲ ਵਾਲੇ ਕਮਰੇ 'ਚ ਚਲਾ ਗਿਆ। ਤਾਂ ਨਾਲ ਵਾਲੇ ਕਮਰੇ 'ਚ ਮੈਨੂੰ ਪੈਰਾਂ ਦੇ ਨਿਸ਼ਾਨ, ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ, ਜਿਵੇਂ ਕਿਸੇ ਦੀ ਪੈੜ ਚਾਲ ਜਿਹਨੂੰ ਆਪਾਂ ਕਹਿੰਦੇ ਹਾਂ। ਆਈ ਹਾਰਡ ਏ ਵੋਇਸ ਸੇ ਹੋਮਸ ਹੋਮਸ ਕੈਨ ਯੂ ਹੀਅਰ ਮੀ, ਤਾਂ ਕੋਈ ਕਹਿ ਰਿਹਾ ਸੀਗਾ ਕਿ ਹੋਮਸ ਹੋਮਸ, ਕੀ ਤੂੰ ਮੈਨੂੰ ਸੁਣ ਪਾ ਰਿਹਾ ਹੈ? ਇਜ਼ ਦੈਟ ਯੂ ਮਿਸਟਰ ਸਮਿਥ, ਹੋਮਸ ਵਿਸਪਰਡ, ਹੋਮਸ ਨੇ ਹੌਲੀ ਜਿਹੀ ਆਵਾਜ਼ 'ਚ ਕਿਹਾ, ਕੀ ਤੁਸੀਂ ਹੋ ਮਿਸਟਰ ਸਮਿਥ? ਯੂ ਨੋ ਵਟ ਇਜ਼ ਰੋਂਗ ਵਿਦ ਮੀ, ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਕੀ ਹੋ ਗਿਆ। ਯੂ ਆਰ ਦ ਓਨਲੀ ਵਨ ਇਨ ਲੰਡਨ ਹੂ ਕੈਨ ਕਿਉਰ ਮੀ, ਲੰਡਨ ਦੇ ਵਿੱਚ ਸਿਰਫ ਤੁਸੀਂ ਹੀ ਹੋ ਜੋ ਮੈਨੂੰ ਠੀਕ ਕਰ ਸਕਦੇ ਹੋ। ਡੂ ਯੂ ਨੋ ਦ ਸਿੰਪਟਮਸ, ਆਸਕਡ ਸਮਿਥ, ਸਮਿਥ ਨੇ ਕਿਹਾ ਕਿ ਤੈਨੂੰ ਇਹਦੇ ਸਿੰਪਟਮਸ ਪਤਾ ਨੇ, ਕੀ ਹੋਇਆ ਤੈਨੂੰ? ਓਨਲੀ ਟੂ ਵੈਲ ਮਿਸਟਰ ਸਮਿਥ, ਹਾਂ ਚੰਗੀ ਤਰ੍ਹਾਂ ਪਤਾ ਨੇ। ਐਂਡ ਹੀ ਡਿਸਕ੍ਰਾਈਬ ਦ ਸਿੰਪਟਮਸ, ਅਤੇ ਫਿਰ ਉਹਨੇ ਸਿੰਪਟਮਸ ਦੱਸੇ ਕਿ ਮੈਨੂੰ ਇਹ ਭੁੱਖ ਨਹੀਂ ਲੱਗ ਰਹੀ, 3 ਦਿਨ ਹੋ ਗਏ ਮੈंने ਕੁਛ ਨਹੀਂ ਖਾਇਆ, ਮੇਰੇ ਤੋਂ ਹਿੱਲਿਆ ਨਹੀਂ ਜਾ ਰਿਹਾ ਬਿਲਕੁਲ ਵੀ। ਦੇ ਆਰ ਦ ਸੇਮ ਹੋਮਸ, ਸਮਿਥ ਸੈਡ, ਸਮਿਥ ਨੇ ਕਿਹਾ ਕਿ ਇਹ ਤਾਂ ਬਿਲਕੁਲ ਉਹੀ ਸਿੰਪਟਮਸ ਨੇ। ਪੂਅਰ ਵਿਕਟਰ ਵਾਜ਼ ਅ ਡੈਡ ਮੈਨ ਔਨ ਦ 4th ਡੇ, 3 ਦਿਨ ਹੋ ਗਏ ਨਾ ਹੁਣ ਇਹਨੂੰ, ਤਾਂ ਉਸਨੇ ਕਿਹਾ ਕਿ ਪੂਅਰ ਵਿਕਟਰ, ਬੇਚਾਰਾ ਵਿਕਟਰ, ਵਿਕਟਰ ਚੌਥੇ ਦਿਨ ਮਰ ਗਿਆ ਸੀ। ਅ ਸਟਰੋਂਗ ਐਂਡ ਹੈਲਦੀ ਯੰਗ ਮੈਨ, ਉਹ ਤਾਂ ਬਹੁਤ ਸਟਰੋਂਗ ਸੀਗਾ, ਵਿਕਟਰ ਦੇਖਣ ਦੇ ਵਿੱਚ ਬੜਾ ਸਟਰੋਂਗ ਸੀ, ਬੜਾ ਹੈਲਦੀ ਸੀਗਾ, ਤਾਂ ਵੀ ਚੌਥੇ ਦਿਨ ਮਰ ਗਿਆ ਸੀ। ਵਟ ਅ ਕੋਇਨਸੀਡੈਂਸ ਇੰਡੀਡ, ਤੇਰੇ ਨਾਲ ਵੀ ਉਹੀ ਹੋਣ ਵਾਲਾ ਹੈ, ਕਿੰਨਾ ਸੇਮ ਹੈ ਸਾਰਾ ਕੁਛ। ਆਈ ਨੋ ਦੈਟ ਯੂ ਡਿਡ ਇਟ, ਸੈਡ ਹੋਮਸ, ਹੋਮਸ ਨੇ ਕਿਹਾ ਮੈਨੂੰ ਪਤਾ ਤੂੰ ਕੀਤਾ ਇਹ। ਵੈਲ ਯੂ ਕਾਂਟ ਪ੍ਰੂਵ ਇਟ, ਅੱਛਾ ਤੂੰ ਸਾਬਿਤ ਨਹੀਂ ਕਰ ਸਕਦਾ ਇਹ ਗੱਲ। ਗਿਵ ਮੀ ਵਾਟਰ ਪਲੀਜ਼, ਹੋਮਸ ਗ੍ਰੋਨਡ, ਹੋਮਸ ਨੇ ਕਿਹਾ ਮੈਨੂੰ ਪਾਣੀ ਦੇ ਦਿਓ ਪਲੀਜ਼। ਹੀਅਰ ਆਈ ਹਾਰਡ ਸਮਿਥਸ ਵੌਇਸ, ਸਮਿਥ ਨੇ ਕਿਹਾ ਅੱਲਾ ਫੜ ਪੈਨ ਪਾਣੀ ਪੀ। ਕਿਉਰ ਮੀ ਪਲੀਜ਼, ਮੈਨੂੰ ਪਲੀਜ਼ ਮੇਰੀ ਇਲਾਜ ਕਰ ਦੇ। ਵੈਲ ਅਬਾਊਟ ਵਿਕਟਰ ਸਮਿਥਸ ਡੈਥ, ਯੂ ਡਿਡ ਇਟ, ਆਈ ਫੋਰਗੇਟ ਐਵਰੀਥਿੰਗ ਬਟ ਕਿਉਰ ਮੀ, ਮੈਨੂੰ ਪਤਾ ਹੈ ਵਿਕਟਰ ਸਮਿਥ ਨੂੰ ਤੂੰ ਮਾਰਿਆ ਹੈ, ਪਰ ਮੈਂ ਭੁੱਲ ਜਾਵਾਂਗਾ, ਇਹ ਮੈਨੂੰ ਠੀਕ ਕਰ ਦੇ ਬਸ। ਆਈ ਫੋਰਗੇਟ ਅਬਾਊਟ ਇਟ, ਮੈਂ ਇਸ ਨੂੰ ਭੁੱਲ ਜਾਵਾਂਗਾ। ਯੂ ਕੈਨ ਫੋਰਗੇਟ ਔਰ ਰਿਮੈਂਬਰ ਜਸਟ ਐਜ਼ ਯੂ ਲਾਈਕ, ਚਾਹੇ ਤੂੰ ਯਾਦ ਰੱਖ ਚਾਹੇ ਭੁੱਲ, ਮੈਨੂੰ ਕੀ ਫਰਕ ਪੈਂਦਾ। ਇਟ ਡਜ਼ਨਟ ਮੈਟਰ ਟੂ ਮੀ ਹਾਊ ਮਾਈ ਨੈਫਿਊ ਡਾਈਡ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਭਤੀਜਾ ਕਿਵੇਂ ਮਰਿਆ। ਵੈਟਸਨ ਸੈਡ ਯੂ ਗੋਟ ਇਟ ਫਰੋਮ ਦ ਚਾਈਨੀਜ਼ ਸੇਲਰਸ, ਵੈਟਸਨ ਨੇ ਕਿਹਾ ਕਿ ਤੈਨੂੰ ਇਹ ਬਿਮਾਰੀ ਚਾਈਨੀਜ਼ ਸੇਲਰਸ ਤੋਂ ਹੋ ਗਈ। ਕੁਡ ਦੇਅਰ ਬੀ ਐਨੀ ਅਦਰ ਰੀਜ਼ਨ, ਕੀ ਹੋਰ ਕੋਈ ਕਾਰਨ ਵੀ ਹੋ ਸਕਦਾ ਹੈ? ਤਾਂ ਇੱਥੇ ਇਸ ਲਾਈਨ ਤੋਂ ਆਪਾਂ ਨੂੰ ਸਾਫ਼ ਪਤਾ ਲੱਗ ਰਿਹਾ ਹੈ ਕਿ ਜੋ ਉੱਪਰ ਨਾਮ ਆਇਆ ਸੀ ਵਿਕਟਰ ਸਮਿਥ, ਵਿਕਟਰ ਸਮਿਥ ਜੋ ਹੈ ਇਹ ਕਲਵਰਟਨ ਸਮਿਥ ਦਾ ਨੇਫਿਊ ਸੀ, ਭਤੀਜਾ ਸੀ, ਜਿਸ ਨੂੰ ਕਲਵਰਟਨ ਸਮਿਥ ਨੇ ਮਾਰ ਦਿੱਤਾ। ਅਤੇ ਇਸ ਗੱਲ ਦਾ ਸ਼ੈਰਲੌਕ ਹੋਮਸ ਨੂੰ ਪਤਾ ਸੀ।
ਤੇ ਸ਼ੈਰਲੌਕ ਹੋਮਸ ਨੇ ਕਿਹਾ ਕਿ ਮੇਰਾ ਇਲਾਜ ਕਰ ਦੇ, ਮੈਂ ਭੁੱਲ ਜਾਊਂਗਾ ਕਿ ਤੂੰ ਆਪਣੇ ਭਤੀਜੇ ਨੂੰ ਮਾਰਿਆ, ਮਤਲਬ ਮੈਂ ਪੁਲਿਸ ਨੂੰ ਨਹੀਂ ਦੱਸਾਂਗਾ। ਤਾਂ ਅੱਗੇ ਚੱਲਦੇ ਹਾਂ। I can't think, my mind is gone, help me, pleaded Holmes। ਹੋਮਸ ਨੇ ਹਾੜੇ ਕੱਢੇ, ਮੈਨੂੰ ਨਹੀਂ ਪਤਾ, ਮੈਨੂੰ ਕੁਛ ਨਹੀਂ ਯਾਦ, ਮੇਰਾ ਦਿਮਾਗ ਕੰਮ ਕਰਨਾ ਬੰਦ ਕੀਤਾ ਹੋਇਆ, ਮੇਰੀ ਮਦਦ ਕਰ, ਮੈਨੂੰ ਬਚਾ ਲੈ। Did anything come by post, a box by chance on Wednesday? ਤਾਂ ਮੈਨੂੰ ਕਲਵਰਟਨ ਸਮਿਥ ਨੇ ਪੁੱਛਿਆ, ਸ਼ੈਰਲੌਕ ਹੋਮਸ ਨੂੰ ਕਲਵਰਟਨ ਸਮਿਥ ਨੇ ਪੁੱਛਿਆ ਕਿ ਤੈਨੂੰ ਡਾਕ ਰਾਹੀਂ ਕੁਛ ਆਇਆ ਹੈ, ਕੋਈ ਬਾਕਸ ਵਗੈਰਾ ਕੁਛ ਐਸਾ ਬੁੱਧਵਾਰ ਨੂੰ। Yes, I opened it and there was a sharp spring inside it। ਹਾਂ, ਮੈਂ ਉਹਨੂੰ ਖੋਲ੍ਹਿਆ ਸੀ ਅਤੇ ਉਹਦੇ ਵਿੱਚੋਂ ਇੱਕ ਸ਼ਾਰਪ ਸਪਰਿੰਗ ਨਿਕਲਿਆ ਸੀਗਾ, ਬਹੁਤ ਤਿੱਖਾ ਸਪਰਿੰਗ ਸੀਗਾ। A joke perhaps, ਸ਼ਾਇਦ ਇਹ ਕੋਈ ਮਜ਼ਾਕ ਸੀ। It drew blood, ਅਤੇ ਜਦੋਂ ਮੈਂ ਉਸਨੂੰ ਖੋਲ੍ਹਿਆ ਉਹ ਸ਼ਾਰਪ ਸਪਰਿੰਗ ਮੇਰੇ ਹੱਥ 'ਤੇ ਆ ਕੇ ਵੱਜਿਆ ਅਤੇ ਮੇਰੇ ਬਲੱਡ ਨਿਕਲਿਆ। ਸੈਡ ਹੋਮਸ ਨੇ ਕਿਹਾ। No, it was not a joke, you fool, you have got it। ਨਹੀਂ, ਇਹ ਕੋਈ ਜੋਕ ਨਹੀਂ ਸੀ ਬੇਵਕੂਫ। Who asked you to cross my path? ਕਿਸਨੇ ਕਿਹਾ ਸੀ ਮੇਰੇ ਰਸਤੇ ਵਿੱਚ ਆਉਣ ਲਈ? You knew too much about Victor's death। ਤੈਨੂੰ ਹੁਣ ਵਿਕਟਰ ਦੀ ਮੌਤ ਬਾਰੇ ਬਹੁਤ ਕੁਝ ਪਤਾ ਲੱਗ ਗਿਆ ਸੀ। Your end is near, Holmes। Holmes, ਤੇਰਾ ਹੁਣ ਅੰਤ ਬਹੁਤ ਨੇੜੇ ਹੈ। I will carry this box in my pocket। ਮੈਂ ਆਹ ਬਾਕਸ ਜਿਹੜਾ ਕਿ ਇੱਕ ਸਬੂਤ ਹੈ ਨਾ ਇਹ ਕਿ ਸ਼ੈਰਲੌਕ ਹੋਮਸ ਕੱਲ੍ਹ ਨੂੰ ਜਦੋਂ ਮਰ ਜੂਗਾ ਤਾਂ ਉਹ ਇੱਕ ਪ੍ਰੂਫ ਹੋਊਗਾ ਕਿ ਸ਼ੈਰਲੌਕ ਹੋਮਸ ਕਿਵੇਂ ਮਰਿਆ, ਕਿਉਂਕਿ ਕਿਸੇ ਨੇ ਇਸ ਨੂੰ ਇਹ ਬਾਕਸ ਭੇਜਿਆ ਸੀ। ਜਿਹੜਾ ਇਹ ਬਾਕਸ ਹੈ ਉਸਨੇ ਕਿਹਾ ਕਿ ਮੈਂ ਹੁਣ ਇਹ ਆਪਣੀ ਪੋਕਟ 'ਚ ਪਾ ਕੇ ਲੈ ਜਾਵਾਂਗਾ। ਦ ਲਾਸਟ ਪੀਸ ਆਫ ਐਵੀਡੈਂਸ ਮਤਲਬ ਸਬੂਤ, ਪ੍ਰੂਫ। ਤਾਂ ਇਹ ਹੀ ਇੱਕ ਲਾਸਟ ਐਵੀਡੈਂਸ ਹੋਊਗਾ, ਇਹਨੂੰ ਮੈਂ ਜੇਬ 'ਚ ਪਾ ਕੇ ਲੈ ਜਾਵਾਂਗਾ। ਟਰਨ ਅਪ ਦ ਗੈਸ, ਸਮਿਥ ਸੈਡ ਹੋਮਸ ਇਨ ਹਿਜ਼ ਨੈਚੁਰਲ ਵੋਇਸ। ਤਾਂ ਹੋਮਸ ਨੇ ਆਪਣੀ ਨੈਚੁਰਲ ਵੋਇਸ 'ਚ, ਪਹਿਲਾਂ ਤਾਂ ਰੋਂਦੇ ਇਹ ਬੋਲ ਰਿਹਾ ਸੀ ਨਾ ਜਿਵੇਂ ਬਿਮਾਰ ਹੁੰਦਾ, ਤਾਂ ਹੁਣ ਉਹਨੇ ਆਪਣੀ ਨੈਚੁਰਲ ਵੋਇਸ 'ਚ ਕਿਹਾ ਕਿ ਸਮਿਥ ਗੈਸ ਤੇਜ਼ ਕਰ ਦੇ। ਜਿਹੜਾ ਉਸਨੇ ਪਹਿਲਾਂ ਵੈਟਸਨ ਤੋਂ ਹੌਲੀ ਕਿਹਾ ਸੀ ਚਲਾਉਣ ਲਈ, ਹੁਣ ਉਹਨੇ ਕਿਹਾ ਤੇਜ਼ ਕਰ ਦੇ। ਯੈਸ ਆਈ ਵਿਲ, ਸੋ ਦੈਟ ਆਈ ਕੈਨ ਸੀ ਯੂ ਬੈਟਰ। ਹਾਂ, ਮੈਂ ਕਰ ਦਾਂ ਤੇਜ਼ ਤਾਂ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਵੀ ਦੇਖ ਸਕਾਂ। ਦੇਅਰ ਵਾਜ਼ ਸਾਇਲੈਂਸ। ਇੱਕਦਮ ਕਮਰੇ ਦੇ ਵਿੱਚ ਸ਼ਾਂਤੀ ਛਾ ਗਈ। ਦੈਨ ਹਾਰਡ ਸਮਿਥ ਸੇ, what is all this? ਤਾਂ ਇੱਕਦਮ ਹੀ ਸਮਿਥ ਬੋਲਿਆ, ਆ ਕੀ ਹੈ? ਸਕਸੈਸਫੁਲ ਐਕਟਿੰਗ, ਸੈਡ ਹੋਮਸ ਨੇ ਕਿਹਾ ਇਹਨੂੰ ਐਕਟਿੰਗ ਕਹਿੰਦੇ ਨੇ। ਫॉर 3 days I didn't taste anything। 3 ਦਿਨ ਹੋ ਗਏ ਕੁਛ ਨਹੀਂ ਖਾਇਆ ਮੈਂ, ਨੀਦਰ ਫੂਡ ਨॉट ਡਰਿੰਕ, ਨਾ ਖਾਇਆ ਨਾ ਪੀਆ। देयर वर फुटस्टैप्स आउटसाइड। ਐਨੇ ਵਿੱਚ ਹੀ ਬਾਹਰ ਪੈਰਾਂ ਦੀ ਆਵਾਜ਼ ਆਉਣ ਲੱਗੀ। ਦ ਡੋਰ ਓਪਨਡ, ਦਰਵਾਜ਼ਾ ਖੁੱਲ੍ਹਿਆ। ਐਂਡ ਆਈ ਹਰਡ ਇੰਸਪੈਕਟਰ ਮੋਰਟਨਸ ਵੋਇਸ, ਅਤੇ ਮੈਨੂੰ ਇੰਸਪੈਕਟਰ ਮੋਰਟਨ ਦੀ ਆਵਾਜ਼ ਸੁਣਾਈ ਦਿੱਤੀ। ਆਈ ਅਰੈਸਟ ਯੂ ਔਨ ਚਾਰਜ ਆਫ ਮਰਡਰ, ਹੀ ਸੈਡ। ਤਾਂ ਮਿਸਟਰ ਮੋਰਟਨ ਨੇ ਮਿਸਟਰ ਸਮਿਥ ਨੂੰ ਅਰੈਸਟ ਕਰ ਲਿਆ ਅਤੇ ਕਿਹਾ ਕਿ ਮੈਂ ਤੈਨੂੰ ਮਰਡਰ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕਰਦਾ। ਐਂਡ ਅਟੈਂਪਟ ਆਫ ਮਰਡਰ ਆਫ ਸ਼ੈਰਲੌਕ ਹੋਮਸ ਟੂ, ਲਾਫਡ ਹੋਮਸ ਨੇ ਹੱਸਦੇ ਹੋਏ ਕਿਹਾ। ਅਤੇ ਸ਼ੈਰਲੌਕ ਹੋਮਸ ਨੂੰ ਮਾਰਨ ਦੀ ਵੀ ਇਹਨੇ ਕੋਸ਼ਿਸ਼ ਕੀਤੀ ਹੈ, ਉਹਦਾ ਵੀ ਇਹ 'ਤੇ ਚਾਰਜ ਲਗਾਓ। ਹੱਸਦੇ ਹੋਏ ਕਿਹਾ। ਦੇਅਰ ਵਾਜ਼ ਅ ਸਡਨ ਰਸ਼ ਐਂਡ ਸਕਫਲ। ਇੱਕਦਮ ਉੱਥੇ ਭੱਜ ਦੌੜ ਜੀ ਹੋਣ ਲੱਗ ਗਈ। ਫੋਲੋਡ ਬਾਈ ਅ ਕਲੈਸ਼ ਆਫ ਆਇਰਨ। ਇੱਕਦਮ ਉੱਥੇ ਲੋਹੇ ਦੀ ਖੜਖੜ ਹੋਈ। ਐਂਡ ਸਡਨ ਕਰਾਈ ਆਫ ਪੇਨ, ਅਤੇ ਫਿਰ ਕਿਸੇ ਦੀ ਚੀਕਣ ਦੀ ਆਵਾਜ਼ ਆਈ। ਦੇਅਰ ਵਾਜ਼ ਅ ਕਲਿੱਕ ਆਫ ਹੈਂਡਕਫਸ। ਤਾਂ ਉੱਥੇ ਕਲਿੱਕ ਦੀ ਆਵਾਜ਼ ਆਈ, ਜਿਹੜੀ ਕਿ ਹੱਥਕੜੀਆਂ ਨੂੰ ਬੰਦ ਕਰਨ ਦੀ ਆਵਾਜ਼ ਹੁੰਦੀ ਹੈ। ਹੋਮਸ ਆਸਕਡ ਮੀ ਟੂ ਕਮ ਇਨ। ਤਾਂ ਫਿਰ ਹੋਮਸ ਨੇ ਮੈਨੂੰ ਆਵਾਜ਼ ਮਾਰੀ, ਆ ਜਾ ਵੀ, ਅੰਦਰ ਹੀ ਆ ਜਾ ਹੁਣ ਤੂੰ ਵੀ। ਸੌਰੀ ਵੈਟਸਨ, ਆਈ ਵਾਜ਼ ਰੂਡ ਟੂ ਯੂ। ਉਸਨੇ ਮੈਨੂੰ ਕਿਹਾ ਕਿ ਸੌਰੀ ਵੈਟਸਨ, ਮੈਂ ਤੇਰੇ ਲਈ ਬਹੁਤ ਸਖਤ ਹੋ ਗਿਆ ਸੀ। ਆਈ ਅੰਡਰਮਾਈਨਡ ਯੂਅਰ ਕੈਪੇਬਿਲਿਟੀ ਐਜ਼ ਅ ਡਾਕਟਰ। ਮੈਂ ਤੈਨੂੰ ਕਿਹਾ ਕਿ ਤੂੰ ਇੱਕ ਅੱਛਾ ਡਾਕਟਰ ਵੀ ਨਹੀਂ ਹੈਗਾ। ਇਟ ਵਾਜ਼ ਜਸਟ ਟੂ ਗੈਟ ਸਮਿਥ ਹੀਅਰ। ਇਹ ਤਾਂ ਮੈਂ ਤਾਂ ਕਿਹਾ ਸੀ ਤਾਂ ਕਿ ਤੂੰ ਮਿਸਟਰ ਸਮਿਥ ਨੂੰ ਇੱਥੇ ਲੈ ਕੇ ਆ ਸਕੇ। ਐਂਡ ਆਈ ਡਿਡਨਟ ਵਾਂਟ ਯੂ ਟੂ ਨੋ ਦੈਟ ਆਈ ਵਾਜ਼ ਨੋਟ ਇਲ। ਮੈਂ ਨਹੀਂ ਚਾਹੁੰਦਾ ਸੀ ਕਿ ਤੈਨੂੰ ਪਤਾ ਲੱਗੇ ਕਿ ਮੈਂ ਅਸਲ ਵਿੱਚ ਬਿਮਾਰ ਨਹੀਂ ਹਾਂ। ਬਟ ਯੂਅਰ ਅਪੀਅਰੈਂਸ, ਆਈ ਸੈਡ। ਮੈਂ ਕਿਹਾ ਵੀ ਤੂੰ ਦੇਖਣ ਦੇ ਵਿੱਚ ਇੰਨਾ ਬਿਮਾਰ ਦਿਖ ਰਿਹਾ ਸੀ, ਉਹ ਕਿਵੇਂ? 3 days ਫਾਸਟਿੰਗ, 3 ਦਿਨ ਹੋ ਗਏ ਕੁਛ ਨਹੀਂ ਖਾਇਆ। ਐਂਡ ਦਾ ਮੇਕਅਪ ਡਿਡ ਦਾ ਟ੍ਰਿਕ, ਅਤੇ ਬਾਕੀ ਮੇਕਅਪ ਕਰ ਲਿਆ ਮੂੰਹ 'ਤੇ।
ਐਂਡ ਦ ਗੈਸ ਵਾਸ ਟਰਨਡ ਅਪ ਟੂ ਗਿਵ ਏ ਸਿਗਨਲ ਟੂ ਮੋਰਟਨ ਟੂ ਕਮ। ਅਤੇ ਜਿਹੜਾ ਤੇਰੇ ਤੋਂ ਗੈਸ ਹੌਲੀ ਕਰਾਇਆ ਸੀ ਉਹ ਤਾਂ ਕਰਾਇਆ ਸੀ ਬਾਅਦ ਚੋਂ ਤੇਜ਼ ਕਰਾਇਆ ਤਾਂ ਕਿ ਮੋਰਟਨ ਨੂੰ ਇਹ ਇੱਕ ਸਿਗਨਲ ਸੀਗਾ ਕਿ ਜਦੋਂ ਗੈਸ ਤੇਜ਼ ਹੋਊਗਾ ਤੂੰ ਉੱਪਰ ਆ ਜਾਣਾ ਨਾਲ ਦੀ ਨਾਲ। ਦ ਕੁਆਇਨਸ, ਤੇ ਤੂੰ ਮੈਨੂੰ ਕੁਆਇਨਸ ਕਹੇ ਸੀ ਵੀ ਉੱਪਰਲੀ ਜੇਬ 'ਚ ਪਾ ਲਿਆ ਨਿਚਲੀ ਜੇਬ 'ਚ ਪਾ ਲਿਆ, ਉਹ ਕੀ ਸੀਗਾ? ਓ ਦੈਟ ਵਾਜ਼ ਓਨਲੀ ਟੂ ਪ੍ਰੂਵ ਦੈਟ ਆਈ ਵਾਜ਼ ਡਿਲੀਰੀਅਸ। ਉਹ ਤਾਂ ਵੈਸੇ ਹੀ ਤੈਨੂੰ ਕਿਹਾ ਸੀਗਾ ਤਾਂ ਕਿ ਤੈਨੂੰ ਲੱਗੇ ਮੈਂ ਪਾਗਲ ਹੋ ਗਿਆ। ਤੇ ਉਹ ਇਹ ਕਹਿ ਕੇ ਹੱਸਣ ਲੱਗ ਗਿਆ। ਆਈ ਨੀਡ ਟੂ ਈਟ ਨਾਓ ਵੈਟਸਨ। ਵੈਟਸਨ ਹੁਣ ਮੈਨੂੰ ਬਹੁਤ ਭੁੱਖ ਲੱਗੀ ਹੈ। ਮਿਸਟਰ ਸਮਿਥ ਕਿਲਡ ਹਿਜ਼ ਨੇਫਿਊ। ਮਿਸਟਰ ਸਮਿਥ ਨੇ ਆਪਣੇ ਭਤੀਜੇ ਨੂੰ ਮਾਰਿਆ। ਐਂਡ ਹੀ ਵਾਂਟਡ ਟੂ ਕਿਲ ਮੀ ਇਨ ਦ ਸੇਮ ਵੇ ਟੂ ਅਵੋਇਡ ਇੰਪ੍ਰਿਜ਼ਨਮੈਂਟ। ਤੇ ਹੁਣ ਉਹ ਮੈਨੂੰ ਵੀ ਮਾਰਨ ਵਾਲਾ ਸੀਗਾ ਤਾਂ ਕਿ ਉਸਨੂੰ ਜੇਲ੍ਹ ਨਾ ਹੋਵੇ। ਇੰਪ੍ਰਿਜ਼ਨਮੈਂਟ ਦਾ ਮੀਨਿੰਗ ਹੈਗਾ ਬੱਚੋ ਕੈਦ, ਤਾਂ ਕਿ ਮੈਨੂੰ ਕੈਦ ਨਾ ਹੋਵੇ, ਉਹਨੂੰ ਕੈਦ ਨਾ ਹੋਵੇ। ਆਈ ਨੀਡ ਟੂ ਈਟ ਨਾਓ ਵੈਟਸਨ। ਵੈਟਸਨ ਮੈਨੂੰ ਬਹੁਤ ਭੁੱਖ ਲੱਗੀ ਹੈ। ਐਂਡ ਥੈਂਕ ਯੂ ਵੈਟਸਨ ਹੀ ਸੈਡ। ਤੇ ਉਸਨੇ ਕਿਹਾ ਵੈਟਸਨ ਬਹੁਤ ਬਹੁਤ ਧੰਨਵਾਦ। ਤਾਂ ਇਹ ਸੀ ਬੱਚੋ ਤੁਹਾਡਾ ਲੈਸਨ ਦ ਡਾਇੰਗ ਡਿਟੈਕਟਿਵ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਲੈਸਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇ ਕਿਤੋਂ ਵੀ ਕੋਈ ਵੀ ਪ੍ਰੋਬਲਮ ਤੁਹਾਨੂੰ ਲੱਗ ਰਹੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਕੇ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕਿਵੇਂ ਲੱਗਿਆ ਲੈਸਨ, ਸਮਝ ਆਇਆ ਨਹੀਂ ਆਇਆ, ਜਾਂ ਸਮਝ ਨਹੀਂ ਆਇਆ ਤਾਂ ਕਿੱਥੋਂ ਨਹੀਂ ਆਇਆ, ਕਿਉਂ ਨਹੀਂ ਆਇਆ, ਉਹ ਵੀ ਤੁਸੀਂ ਦੱਸ ਸਕਦੇ ਹੋ। ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਣਾ। ਬੱਚੋ ਤੁਹਾਡੇ ਲਈ ਬਹੁਤ ਮਿਹਨਤ ਕੀਤੀ ਜਾਂਦੀ ਹੈ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਚੰਗੇ ਨੰਬਰਾਂ ਨਾਲ ਪਾਸ ਹੋ ਜਾਓਗੇ। ਥੈਂਕ ਯੂ ਵੈਰੀ ਮਚ। ਹੈਵ ਅ ਨਾਈਸ ਡੇ। ਟੇਕ ਕੇਅਰ। ਬਾਏ ਬਾਏ।